ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਅਕਾਲੀ ਵੱਲੋਂ ਚਲਾਈ ਜਾ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਏ ਹੋਏ ਸਾਰੇ ਹੀ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ, ਹਰ ਸੋਮਵਾਰ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਜਿਹੜੇ ਵੀ ਸਵਾਲ ਆਪ ਪਿਛਲੇ ਹਫ਼ਤੇ ਭੇਜਦੇ ਹੋ, ਸ਼ਨੀਚਰਵਾਰ ਨੂੰ ਉਹਨਾਂ 'ਤੇ ਵਿਚਾਰ ਕਰਕੇ ਜੋ ਪੈਨਲ ਸਵਾਲ ਜਵਾਬ ਪੈਨਲ ਬਣਿਆ ਹੋਇਆ ਹੈ, ਉਹਦੇ ਜਵਾਬ ਸੋਮਵਾਰ ਨੂੰ ਦਿੱਤੇ ਜਾਂਦੇ ਹਨ। ਇਸ ਸੈਸ਼ਨ ਦੀ ਪੂਰੀ ਜ਼ਿੰਮੇਵਾਰੀ ਵੀ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਸਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਜਿਹੜਾ ਹੈ ਆਰੰਭ ਕੀਤਾ ਜਾਵੇ। ਸਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਇਸ ਸੈਸ਼ਨ 'ਚ ਬਹੁਤ ਬਹੁਤ ਸਵਾਗਤ ਹੈ ਜੀ। ਆਪ ਜੀ ਕਿਰਪਾ ਕਰਕੇ ਰੋਜ਼ਾਨਾ ਆਪਾਂ ਇਸ ਕਲਾਸ ਵਿੱਚ ਜੁੜਦੇ ਹੋ। ਤੋ ਅੱਜ ਦਾ ਸੈਸ਼ਨ ਸਵਾਲ ਜਵਾਬ ਦਾ ਆਪਾਂ ਪ੍ਰਾਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਜੋ ਪੈਨਲ ਦੇ ਮੈਂਬਰਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰਨਗੇ। ਸਰਦਾਰ ਤਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਰਦਾਰ MP ਸਿੰਘ ਜੀ ਦਿੱਲੀ ਤੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਕੇ ਫਤਿਹ ਬੁਲਾਓ ਜੀ। ਪ੍ਰਿੰਸੀਪਲ ਸਾਹਿਬ। ਫਤਿਹ। ਹਾਂਜੀ, ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਪ੍ਰਿੰਸੀਪਲ ਸਾਹਿਬ ਆਏ ਨਹੀਂ, ਉਹ ਨਾਂ ਨਹੀਂ ਆ ਰਿਹਾ ਸਾਹਮਣੇ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹਾਜ਼ਰ ਤਾਂ ਹੈ ਜੀ। ਆ ਗਏ ਨੇ? ਹਾਂਜੀ, ਬੈਠੇ ਜੀ। ਉਹਨਾਂ ਨੂੰ ਫਿਰ ਜ਼ਰਾ ਤੁਸੀਂ ਬੁਲਾ ਲਓ। ਸੈਸ਼ਨ ਆਪਾਂ ਸ਼ੁਰੂ ਕਰਨ ਲੱਗੇ ਹਾਂ। ਤੇ ਸਾਹਿਬ ਮਨਮੋਹਨ ਸਿੰਘ ਨੇ ਉਹਨਾਂ ਨੇ ਥੋੜਾ ਲੇਟ ਜੁਆਇਨ ਕਰਨਾ, 10-15 ਮਿੰਟ ਬਾਅਦ ਜੁਆਇਨ ਕਰਨਗੇ ਜੀ। ਤੋ ਵੀਰ ਹਰਜੀਤ ਸਿੰਘ ਜੀ ਨੇ ਸੰਗਤ ਸਨਮੁਖ ਹੋ ਕੇ ਪਹਿਲਾਂ ਫਤਿਹ ਸਾਂਝੀ ਕਰ ਲਈ ਹੈ। ਤੋ ਆਓ ਸਤਸੰਗੀਓ, ਆਪਾਂ ਜਿਹੜੇ ਸਵਾਲ ਆਪ ਜੀ ਵੱਲੋਂ ਆਏ ਨੇ, ਤੋ ਜਿਸ ਤਰ੍ਹਾਂ ਵੀਰ ਜੀ ਨੇ ਪਹਿਲੇ ਦੱਸਿਆ, ਭਾਈ ਹਰਜੀਤ ਸਿੰਘ ਜੀ ਨੇ, ਤੋ ਜਿਤਨੇ ਵੀ ਸ਼ਨੀਚਰਵਾਰ ਤੱਕ ਸਵਾਲ ਆ ਜਾਂਦੇ ਨੇ, ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਨੂੰ ਡਿਸਕਸ ਕਰਕੇ ਕਿਸੇ ਨਤੀਜੇ ਤੇ ਸਾਂਝੇ ਪਹੁੰਚ ਕੇ ਤੋ ਸੋਮਵਾਰ ਆਪ ਜੀ ਦੇ ਸਨਮੁਖ ਹੋਈਦਾ। ਤੋ ਦਿੱਤੇ ਸਮੇਂ 'ਚ ਜਿੰਨੇ ਸਵਾਲ ਹੋ ਸਕਣਗੇ ਉਹ ਕੀਤੇ ਜਾਣਗੇ, ਬਾਕੀ ਅਗਲੇ ਹਫ਼ਤੇ ਲਈ ਰੱਖ ਲਈਦਾ ਤੇ ਉਹਨਾਂ ਸਵਾਲਾਂ ਨੂੰ ਅਗਲੇ ਹਫ਼ਤੇ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ। ਤੋ ਆਓ ਸਤਸੰਗੀਓ, ਸਾਡੇ ਕੋਲ ਜੋ ਅੱਜ ਸਵਾਲ ਆਏ ਨੇ ਉਹਨਾਂ ਵਿੱਚ ਗੁਰਬਾਣੀ ਉਚਾਰਨ, ਸਿੱਖ ਇਤਿਹਾਸ ਔਰ ਵਿਆਕਰਣਕ ਪੱਖੋਂ ਜਿਹੜੇ ਨੇ ਉਹ ਸਵਾਲ ਸਾਡੇ ਕੋਲ ਆਏ ਹਨ। ਤੋ ਇਹਨਾਂ 'ਚੋਂ ਆਪਾਂ ਜਿਹੜਾ ਇੱਕ ਸਵਾਲ ਲੈ ਕੇ ਸ਼ੁਰੂ ਕਰਨ ਲੱਗੇ ਹਾਂ। ਤੋ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਦੇਖੋ, ਗੁਰਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਇਆ, ਤੁਸੀਂ ਦੇਖ ਲਓ ਵੀ 4 ਸਦੀਆਂ ਹੋ ਚੁੱਕੀਆਂ ਨੇ ਤੇ
ਇਹ ਸਾਡੀ ਬਦਕਿਸਮਤੀ ਹੈ, ਖਾਸ ਕਰਕੇ ਮੈਂ ਖਿਮਾ ਮੰਗ ਕੇ ਕਹਿਣਾ ਅਸਾਂ ਪ੍ਰਚਾਰਕਾਂ ਦੀ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪ੍ਰਚਾਰ ਨਹੀਂ ਸਕੇ। ਬੜੇ ਬੜੇ ਵੱਡੇ ਵਿਦਵਾਨ ਜਿਹੜੀਆਂ ਦੂਸਰੀਆਂ ਕੌਮਾਂ ਔਰ ਦੂਸਰਿਆਂ ਦੇਸ਼ਾਂ ਦੇ ਬੜੇ ਸਿਰਕੱਢ ਵਿਦਵਾਨ ਨੇ, ਉਹਨਾਂ ਨੇ ਵੀ ਇਸ ਗੱਲ ਦਾ ਗਿਲਾ ਪ੍ਰਗਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਅਨਮੋਲ ਖਜ਼ਾਨਾ ਜਿਹਦੀ ਬਰਾਬਰੀ ਕੋਈ ਗ੍ਰੰਥ ਨਹੀਂ ਕਰ ਸਕਿਆ, तो असी ना ही को कर सकेगा। उन्होंने भी ये किया कि इस दी पूरी तरह प्रचार नहीं होया। जेकर सचमुच श्री गुरु ग्रंथ साहिब की बाणी का दयानतदारी नाल और सही तरीके नाल मेहनत करके प्रचार किया जाए तो सारी दुनिया ते गुरु ग्रंथ साहिब जी दे ये जिहड़ी बाणी है उहदा बोलबाला हो सकता है और उहदे नाल साडी कौम का भी बोलबाला होवेगा। पर अज इन्नियां सदियां बीतण तो बाद भी असी क्लीयर नहीं कर सके तो संगतां च अजे भी कई तरह के भुलेखे ने। तो पहला सवाल जिहड़ा आया वो ये है कि भाई मरदाना जी दे कोई बाणी गुरु ग्रंथ साहिब दर्ज है। मैं बेनती कर रहा वीर रजिंदर सिंह जी नूं कि वो कृपा करके इहदे बारे अपने विचार दस्सण कि श्री गुरु ग्रंथ साहिब जी विच जिथे बाकी महापुरखों की बाणी है, 6 गुरु साहबान की बाणी है, उन्होंने विच आया भाई मरदाना जी की बाणी है कि नहीं है, ये सारे को सवाल आया। हाँ जी भाई तजिंदर सिंह। वाहिगुरू जी का खालसा वाहिगुरू जी की फतेह। जिन्हां वीरां ने ਇਹ ਸਵਾਲ ਪੁੱਛਿਆ ਹੈ ਮੁਬਾਰਕ ਹੈ। ਇਹੋ ਜਿਹੇ ਜਿਹੜੇ ਸਵਾਲ ਹਨ ਉਹ ਆਮ ਮਨੁੱਖੀ ਮਨ ਦੇ ਅੰਦਰ ਪੈਦਾ ਹੁੰਦੇ ਨੇ ਜਿਹੜੇ ਸਹਿਜ ਪਾਠ ਕਰਨ ਵਾਲੇ ਹਨ। तो इस प्रति यह बेनती है कि श्री गुरु ग्रंथ साहब दे अंक 553 ਦੇ ਉੱਤੇ ਜੋ ਬਿਹਾਗੜੇ ਕੀ ਵਾਰ ਜਿਹੜੀ ਹੈ ਉਹ ਚੱਲ ਰਹੀ ਹੈ, ਉਸ ਦੇ ਵਿੱਚ ਇਹ ਜਿਹੜੇ ਸ਼ਲੋਕ ਮਰਦਾਨਾ ਇੱਕ ਲਿਖਿਆ ਹੈ, ਲੇਕਿਨ ਅਸੀਂ ਇਸ ਨੂੰ ਪੜ੍ਹਨਾ ਹੈ ਸ਼ਲੋਕ ਮਰਦਾਨਾ ਤੇ ਇਸ ਇੱਕ ਦਾ ਭਾਵ ਇਹ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਹੋਇਆ ਜਿਹੜਾ ਹੈ ਸ਼ਬਦ ਹੈ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ, ਕਿਉਂਕਿ ਅੱਗੇ ਜਦੋਂ ਅਸੀਂ ਪੰਕਤੀ ਵੀ ਜਾਵਾਂਗੇ ਤਾਂ ਉੱਥੇ ਅਖੀਰ ਦੇ ਉੱਪਰ ਨਾਨਕ ਜਿਹੜਾ ਹੈ ਉਹ ਪਾਦਾ ਹੈ, ਗੁਰਮੁਖ ਪਾਈਏ ਨਾਨਕਾ ਖਾਧੇ ਜਾਹੇ ਬਿਕਾਰ। ਇਹ ਜੋ ਸ਼ਲੋਕ ਹੈ ਇਸ ਦੇ ਜਿਹੜੇ ਹਨ ਉਹ 6 ਬੰਦ ਹਨ ਤੇ ਇਸ ਸ਼ਲੋਕ ਦੇ ਵਿੱਚ ਜਾ ਕਰਕੇ ਇਹ ਅਖੀਰ ਤੇ ਨਾਨਕ ਪਾਦਾ ਹੈ। ਕਿਸੇ ਵੀ ਗੈਰ ਗੁਰੂ ਵਿਅਕਤੀ ਨੂੰ ਜਿਹੜਾ ਹੈ ਉਹ ਜਿਹੜਾ ਨਾਨਕ ਪਦ ਜਿਹੜਾ ਹੈ ਉਹ ਮੋਹਰ ਜਿਹੜੀ ਹੈ ਉਹ ਵਰਤਨ ਦਾ ਅਧਿਕਾਰ ਨਹੀਂ। ਤੋ ਭਾਵੇਂ ਮਰਦਾਨਾ ਜੀ ਨੇ ਤੇ ਭਾਵੇਂ ਕੋਈ ਹੋਰ ਹੈ, ਸਾਰਿਆਂ ਨੇ ਆਪਣੇ ਨਾਂ ਜਿਹੜੇ ਹਨ ਨਾਨਕ ਪਦ ਗੁਰੂ ਵਿਅਕਤੀਆਂ ਨੇ ਵਰਤੇ ਹਨ, ਭਗਤਾਂ ਨੇ ਆਪਣੇ ਨਾਮ ਵਰਤੇ ਹਨ। ਜਿਨ੍ਹਾਂ ਗੁਰਸਿੱਖਾਂ ਦੀ ਵੀ ਬਾਣੀ ਹੈ ਉਹਨਾਂ ਦੇ ਵੀ ਆਪਣੇ ਜਿਹੜੇ ਹਨ ਨਾਮ ਵਰਤੇ ਹੋਏ ਹਨ। ਤੋ ਇਹ ਸਾਨੂੰ ਇਸ ਗੱਲ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਲੋਕ ਆਪ ਜਿਹੜੇ ਹਨ ਉਹ ਲਿਖੇ ਹਨ ਔਰ ਇਹਦੇ ਵਿੱਚ ਜੋ ਦੁਨਿਆਵੀ ਸ਼ਰਾਬ ਔਰ ਜੋ ਆਤਮਿਕ ਜੋ ਜਿਹੜੀ ਨਾਮ ਖੁਮਾਰੀ ਦੀ ਜਿਹੜੀ ਨਸ਼ਾ ਹੈ ਉਸ ਬਾਰੇ ਸਾਨੂੰ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਤੋ ਇਹ 3 ਸ਼ਲੋਕ ਜਿਹੜੇ ਹਨ ਉਹ ਗੁਰੂ ਨਾਨਕ ਪਾਤਸ਼ਾਹ ਦੇ ਹਨ। ਪਹਿਲੇ ਵੀ ਸ਼ਲੋਕ ਮਰਦਾਨਾ ਇੱਕ ਲਿਖਿਆ, ਅਸੀਂ ਉਹਨੂੰ ਸ਼ਲੋਕ ਮਰਦਾਨਾ ਪਹਿਲਾ ਕਰਕੇ ਉਸ ਨੂੰ ਪੜ੍ਹਨਾ ਹੈ ਤੇ ਦੂਸਰੀ ਥਾਵੇਂ ਜਿੱਥੇ ਮਰਦਾਨਾ ਇੱਕ ਹੈ ਉੱਥੇ ਵੀ ਮਰਦਾਨਾ ਇੱਕ ਸ਼ਲੋਕ ਮਰਦਾਨਾ ਇੱਕ ਕਰਕੇ ਪੜ੍ਹਨਾ ਹੈ ਤਾਂ ਕਿ ਕਲੈਰੀਫਿਕੇਸ਼ਨ ਸਾਡੇ ਮਨ ਦੇ ਵਿੱਚ ਰਵੇ। ਔਰ ਫਿਰ ਅਖੀਰ ਦੇ ਉੱਪਰ ਜਦੋਂ ਇਹ ਸ਼ਲੋਕ ਸਾਡੇ ਸਾਹਮਣੇ ਆਉਂਦੇ ਨੇ ਤਾਂ ਇਹਨਾਂ ਦਾ ਸਾਨੂੰ ਇਹ ਵਿਚਾਰ ਮਿਲ ਜਾਂਦੀ ਹੈ। ਇੱਥੇ ਇੱਕ ਗੱਲ ਹੋਰ ਵੀ ਸਾਨੂੰ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨਾ ਜੀ ਨਾਲ ਬੜਾ ਸਨੇਹ ਸੀ। ਤਕਰੀਬਨ 50 ਸਾਲ ਦੇ ਰਾਹੀਂ ਕੀਰਤਨ ਕਰਕੇ ਸੇਵਾ ਕੀਤੀ ਹੈ ਔਰ ਜਿਹੜੀਆਂ ਉਦਾਸੀਆਂ ਉਹਦੇ 'ਚ ਵੀ ਉਹਨਾਂ ਦੇ ਜਿਹੜੇ ਹਨ ਉਹ ਸਾਥੀ ਰਹੇ ਹਨ। ਔਰ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਰੇਤਾ ਹਾਰ ਕਾ ਰੋੜਾਂ ਦੀ ਗੁਰ ਕਰੀ ਵਿਛਾਈ, ਤੋਂ ਭਾਰੀ ਜਿਹੜੀ ਹੈ ਮੁਸੀਬਤਾਂ ਵਿੱਚ ਵੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ ਤੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਮੁਖਾਤਬ ਹੋ ਕਰਕੇ ਇਹ ਜਿਹੜਾ ਹੈ ਸ਼ਲੋਕ ਮਰਦਾਨਾ ਜੀ ਨੂੰ ਅਮਰ ਕਰਨ ਵਾਸਤੇ ਲਿਖਿਆ ਹੈ। ਇਸ ਤਰ੍ਹਾਂ ਹੀ ਜਦੋਂ ਅਸੀਂ ਬਾਬਰ ਬਾਣੀ ਪੜ੍ਹਦੇ ਹਾਂ ਸ਼ਬਦ, ਉਹਦੇ ਵਿੱਚ ਵੀ ਉਹਨਾਂ ਨੇ ਭਾਈ ਲਾਲੋ ਨੂੰ ਜਿਹੜੇ ਉਹਨਾਂ ਦੇ ਬਹੁਤ ਨਿਕਟਵਰਤੀ ਸਨ ਔਰ ਜਿਹੜਾ ਪ੍ਰਚਾਰ ਦਾ ਜਿਹੜਾ ਕੰਮ ਸੀਗਾ ਉਹਨਾਂ ਨੇ ਉੱਥੋਂ ਹੀ ਸ਼ੁਰੂ ਕੀਤਾ ਸੀ, ਉਹਨਾਂ ਦੇ ਨਾਲ ਪ੍ਰੇਮ ਨਾਲ ਕਰਕੇ। ਜਦੋਂ ਉਹਨਾਂ ਨੇ ਕਿਹਾ ਵੀ ਭਾਈ ਲਾਲੋ ਤੂੰ ਕੀ ਕਰਨਾ, ਤਾਂ ਉਹਨਾਂ ਕਿਹਾ ਵੀ ਮੈਂ ਕਿੱਲੇ ਘੜਨਾ ਪਿਆ। ਉਹਨਾਂ ਕਿਹਾ ਵੀ ਮਨ ਵੀ ਘੜਿਆ ਕਰ। ਤੇ ਉੱਥੋਂ ਇਹ ਗੱਲ ਜਿਹੜੀ ਹੈ ਇਹ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਜਦੋਂ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾ ਲੋ, ਤੇ ਉਸ ਸ਼ਬਦ ਦੇ ਅੰਦਰ ਕਈ ਵਾਰੀ ਜਿਹੜਾ ਹੈ
ਉਹਨਾਂ ਨੇ ਭਾਈ ਲਾਲੋ ਨੂੰ ਮੁਖਾਤਬ ਕੀਤਾ ਹੈ ਤੇ ਭਾਈ ਲਾਲੋ ਨੂੰ ਅਮਰ ਕੀਤਾ। ਇਸ ਤਰ੍ਹਾਂ ਵੀ ਇਹਨਾਂ ਸ਼ਲੋਕਾਂ ਦੇ ਅੰਦਰ ਵੀ, ਤਿੰਨਾਂ ਸ਼ਲੋਕਾਂ ਦੇ ਅੰਦਰ ਹੀ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਮੁਖਾਤਬ ਕੀਤਾ ਹੈ। ਤੇ ਉਦੋਂ ਅਸੀਂ ਮਰਦਾਨਾ ਜਦੋਂ ਪੜ੍ਹਨਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਣਾ ਹੈ, ਸ਼ਲੋਕ ਮਰਦਾਨਾ ਪਹਿਲਾ। ਤੋ ਇਸ ਗੱਲ ਦੇ ਸਾਨੂੰ ਇਸ ਸ਼ਬਦ ਬਾਰੇ ਅਸੀਂ ਇਹਨਾਂ ਆਪ ਜੀ ਨਾਲ ਵਿਚਾਰ ਕਰ ਸਕਦੇ ਹਾਂ। ਬਾਕੀ ਹੋਰ ਕੋਈ ਵੀਰ ਇਹਦੇ ਚ ਐਡ ਕਰਨਾ ਚਾਹੇ ਤੇ ਜੀ ਸਦਕੇ ਬਹੁਤ ਮੁਬਾਰਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪੰਨਾ ਕਿਸ ਪੰਨੇ ਤੇ ਜ਼ਰਾ ਦੁਬਾਰਾ ਦੱਸ ਦਿਓ। 553 ਅੰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਠੀਕ ਹੈ ਜੀ। ਤੋ ਇਹ ਗਰੁੱਪ ਚੈਟ ਤੇ ਇਹ ਕੁਐਸਚਨ ਆਇਆ ਸੀਗਾ, ਇਸ ਲਈ ਆਪ ਨੂੰ ਬੇਨਤੀ ਕੀਤੀ 553 ਹਾਂਜੀ ਭਾਗ ਵਿੱਚ ਹੈ ਜੀ। ਤੋ ਹਾਂਜੀ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਪਹਿਲੇ ਬੇਨਤੀ ਕਰ ਰਿਹਾ ਸਾਂ ਕਿ ਸਾਨੂੰ 4 ਸਦੀਆਂ ਬੀਤਣ ਤੋਂ ਬਾਅਦ ਵੀ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਪ੍ਰਚਾਰ ਸਕੇ, ਜਿਸ ਕਰਕੇ ਇਹੋ ਜਿਹੇ ਕਨਫਿਊਜ਼ਨ ਜਿਹੜੇ ਨੇ ਉਹ ਲੋਕਾਂ ਦੇ, ਸੰਗਤਾਂ ਦੇ ਮਨ ਵਿੱਚ ਆ ਰਹੇ ਨੇ। ਤੋ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਅਸੀਂ ਕਿੱਥੋਂ ਤੱਕ ਇਹ ਹੋ ਸਕਦੀ ਹੈ ਗੱਲ ਵੀ ਇਹ ਮੁਗਲ ਤੇ ਲੱਗ ਰਹੇ ਨੇ, ਕਿਉਂਕਿ ਗੱਲਾਂ ਬੜੀਆਂ ਪ੍ਰਚਾਰੀਆਂ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਮੰਨ ਲੈਂਦੇ ਹਾਂ, ਅਸੀਂ ਫੈਕਟ ਔਰ ਫਿਗਰਸ ਪਿੱਛੇ ਨਹੀਂ ਜਾਂਦੇ। ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜਿਹੜੀ ਸਾਡੇ ਕਾਲਜ ਨਾਲ ਬੀਤੀ ਹੈ ਇਸੇ ਮਰਦਾਨਾ ਜੀ ਦੇ ਸ਼ਲੋਕ ਬਾਰੇ। ਅੱਜ ਤੋਂ 5 ਸਾਲ ਪਹਿਲਾਂ ਕੈਨੇਡਾ ਬੇਸਡ ਇੱਕ ਪ੍ਰੋਫੈਸਰ ਸਾਹਿਬ ਨੇ ਸੁਖਮਨੀ ਸਾਹਿਬ ਦਾ ਟੀਕਾ ਕੀਤਾ, ਬੜਾ ਵਧੀਆ ਟੀਕਾ। ਤੇ ਉਹਨਾਂ ਨੇ ਉਹ ਟੀਕਾ ਜਿਹੜਾ ਹੈ ਉਹ ਸਾਡੇ ਚੇਅਰਮੈਨ ਸਾਹਿਬ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਉਹਨਾਂ ਨੂੰ ਭੇਜਿਆ ਕਿ ਇਹਦਾ ਰਿਵਿਊ ਤੁਸੀਂ ਲਿਖ ਕੇ ਦਿਓ ਤਾਂ ਜੀ ਉਹਨਾਂ ਨੇ ਅਖਬਾਰਾਂ 'ਚ ਛਪਾਉਣਾ। ਤੇ ਕਿਉਂਕਿ ਦਾਸ ਕੈਨੇਡਾ ਸੀਗਾ ਤੇ ਚੇਅਰਮੈਨ ਸਾਹਿਬ ਨੇ ਉਹ ਮੈਨੂੰ ਭੇਜ ਦਿੱਤਾ ਔਰ ਨਾਲ ਉਹਨਾਂ ਨੂੰ ਕਹਿ ਦਿੱਤਾ ਵੀ ਸਾਡਾ ਬੰਦਾ ਉੱਥੇ ਹੈ, ਉਹਨਾਂ ਨਾਲ ਤੁਸੀਂ ਉਹਦੇ ਨਾਲ ਗੱਲ ਕਰ ਲਓ। ਮੇਰੇ ਕੋਲ ਆ ਗਿਆ, ਮੈਂ ਉਹਨਾਂ ਨੂੰ ਪੜ੍ਹਿਆ ਤੇ ਉਹਨਾਂ ਨੇ ਮੁੱਖਬੰਦ ਵਿੱਚ ਲਿਖਿਆ ਹੋਇਆ ਸੀਗਾ ਕਿ ਭਾਈ ਮਰਦਾਨਾ ਜੀ ਦੇ 3 ਸ਼ਲੋਕ ਦਰਜ ਨੇ ਗੁਰੂ ਗ੍ਰੰਥ ਸਾਹਿਬ। ਤਾਂ ਮੈਂ ਜਿਸ ਵੇਲੇ ਰਿਵਿਊ ਲਿਖਿਆ ਤੇ ਉਹਦੇ 'ਚ ਮੈਂ ਲਿਖਤਾ ਵੀ ਬਾਕੀ ਤਾਂ ਬਹੁਤ ਅੱਛੀ ਵਿਆਖਿਆ ਕੀਤੀ ਸੁਖਮਨੀ ਸਾਹਿਬ ਜੀ ਦੀ, ਪਰ ਲੇਖਕਾਂ ਨੇ ਆਪਣੇ ਮੁੱਖਬੰਦ ਦੇ ਵਿੱਚ ਜਿਹੜਾ ਲਿਖਿਆ ਕਿ ਭਾਈ ਮਰਦਾਨਾ ਜੀ ਦੇ 3 ਸ਼ਲੋਕ ਨੇ ਔਰ ਟੋਟਲ 35 ਮਹਾਂਪੁਰਖਾਂ ਥਾਂ ਤੇ ਉਹਨਾਂ 36 ਮਹਾਂਪੁਰਖ ਲਿਖੇ ਨੇ, ਵੀ ਇਸ ਗੱਲ ਨਾਲ ਸਹਿਮਤੀ ਨਹੀਂ ਹੈ ਵੀ ਉਹ ਸ਼ਲੋਕ ਮਰਦਾਨਾ ਪਹਿਲਾ ਮਰਦਾਨਾ ਜੀ ਨੂੰ ਸੰਬੋਧਨ ਕੀਤਾ, ਪਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਨੇ। ਇਹ ਜਿਸ ਵੇਲੇ ਲਿਖਿਆ ਤੇ ਉਹ ਜਿਸ ਵੇਲੇ ਪ੍ਰੋਫੈਸਰ ਸਾਹਿਬ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਉਹ ਪਕੜਾਇਆ, ਉਹ ਕਹਿੰਦੇ ਕਿ ਇਹ ਕਿੱਦਾਂ ਲਿਖਤਾ। ਥੋੜਾ ਚਿਰ 5-7 ਮਿੰਟ ਉਹਨਾਂ ਨੇ ਜਿਵੇਂ ਮਤਲਬ ਵੀ ਕੀਤੀ ਵੀ ਨਹੀਂ ਜੀ ਤੇ ਮਰਦਾਨਾ ਜੀ ਦਾ। ਮੈਂ ਕਿਹਾ ਤੁਸੀਂ ਰੁਕੋ, ਮੈਂ ਲੈਪਟਾਪ ਖੋਲ ਕੇ ਇਹ 553 ਪੰਨਾ ਕੱਢ ਕੇ ਪੜਾਇਆ। ਮੈਂ ਕਿਹਾ ਜੀ ਥੱਲੇ ਦੇਖੋ ਨਾਨਕ ਪਦ ਵਰਤਿਆ, ਤੇ ਇਹ ਦੇਖਦੇ ਹੀ ਉਹ ਕਹਿਣ ਲੱਗੇ, ਕਹਿੰਦੇ ਜੀ ਬਿਲਕੁਲ ਠੀਕ ਹੈ ਵੀ ਸਾਡਾ ਮੁਗਾਲਤਾ ਸੀ ਨਿਕਲ ਗਿਆ ਵੀ ਨਾਨਕ ਪਦ ਤਾਂ ਗੁਰੂ ਨਾਨਕ ਸਾਹਿਬ ਜੀ ਜਾਂ ਗੁਰੂ ਸਾਹਿਬਾਨ ਨੇ ਵਰਤਿਆ, ਬਾਕੀ ਮਹਾਂਪੁਰਖਾਂ ਜਾਂ ਭਗਤ ਜਨਾਂ ਨੇ ਨਹੀਂ ਵਰਤਿਆ। ਤੋ ਕਹਿਣ ਦਾ ਮਤਲਬ ਇਹ ਹੈ ਕਿ ਪੜ੍ਹੇ ਲਿਖੇ ਲੈਵਲ ਤੱਕ ਵੀ ਇਹ ਕਨਫਿਊਜ਼ਨ ਅਜੇ ਤੱਕ ਜਾਰੀ ਨੇ ਤੇ ਇਹਨਾਂ ਨੂੰ ਦੂਰ ਕਰਨ ਦੀ ਲੋੜ ਹੈ। ਤੋ ਵੀਰ ਤੇਜਿੰਦਰ ਸਿੰਘ ਜੀ ਦਾ ਧੰਨਵਾਦ ਹੈ ਜੀ। ਤੋ ਸਾਧ ਸੰਗਤ ਜੀ, ਆਓ ਆਪਾਂ ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ ਸਰ TP ਸਿੰਘ ਜੀ ਪਟਿਆਲਾ ਤੋਂ, ਉਹਨਾਂ ਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤਨੇ ਰਾਗ ਹਨ ਤੇ ਰਾਗਾਂ ਦਾ ਕੀ ਮਹੱਤਵ ਹੈ। ਦੂਸਰੀ ਗੱਲ ਹੈ ਰਾਗ ਕਿਸ ਨੂੰ ਕਹਿੰਦੇ ਹਨ, ਤੇ ਤੀਸਰੀ ਗੱਲ ਹੈ ਕਿ ਕੀਰਤਨ ਕਰਨ ਵੇਲੇ ਰਾਗ ਦਾ ਕੋਈ ਮਹੱਤਵ ਹੈ ਜਾਂ ਨਹੀਂ ਹੈ। ਮੈਂ ਬੇਨਤੀ ਕਰਾਂਗਾ ਵੀਰ MP ਸਿੰਘ ਜੀ ਨੂੰ ਵੀ ਕਿਰਪਾ ਕਰਕੇ ਇਹਦੇ ਬਾਰੇ ਚਾਨਣਾ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਲਫ਼ਜ਼ ਦਾ ਜੋ ਅਖਰੀ ਅਰਥ ਹੈ ਉਹ ਪੁਰਾਤਨ ਤੌਰ ਦੇ ਉੱਤੇ ਉਹਦਾ ਅਰਥ ਪਿਆਰ ਦੇ ਵਜੋਂ ਵੀ ਆਉਂਦਾ ਹੈ, ਪਰ ਰਾਗ ਸੁਰਾਂ ਦੇ ਨਾਲ ਲੈਬੱਧ ਕੀਤੇ ਹੋਏ ਗਾਇਕੀ ਦੇ ਵਿੱਚ ਜੋ ਸਿਸਟਮ ਹੈ ਉਹਨਾਂ ਨੂੰ ਵੀ ਰਾਗ ਕਿਹਾ ਜਾਂਦਾ ਹੈ। ਪ੍ਰਚਲਿਤ ਰਾਗਾਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ, ਕੋਈ ਪੂਰੀ ਗਿਣਤੀ ਤਾਂ ਕਿਸੇ ਨੂੰ ਵੀ ਸ਼ਾਇਦ ਅੰਦਾਜ਼ਾ ਨਹੀਂ ਹੋਏਗਾ। 1000 ਤੋਂ ਉੱਪਰ ਰਾਗ ਤਾਂ ਜ਼ਰੂਰ ਹੈਗੇ ਹੀ ਨੇ, ਪਰ ਸਾਰੇ ਰਾਗ ਜਿਹੜੇ ਹਨ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੇ ਕੁੱਲ 31 ਮੁੱਖ ਰਾਗ ਵਰਤੇ ਹਨ, ਜਿਨ੍ਹਾਂ ਵਿੱਚੋਂ 30 ਮੁੱਖ ਰਾਗ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਤੱਕ ਇਸਤੇਮਾਲ ਹੋਏ ਤੇ ਜੈਜਾਵੰਤੀ ਰਾਗ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਦੇ 'ਚ ਸਿਰਫ 4 ਸ਼ਬਦ ਹਨ ਤੇ ਇਸ ਤਰ੍ਹਾਂ 31 ਮੁੱਖ ਰਾਗ ਬਣਦੇ ਹਨ। ਇਹਨਾਂ ਤੋਂ ਇਲਾਵਾ 31 ਮਿਸ਼ਰਿਤ ਰਾਗ ਹਨ ਔਰ ਇਹਨਾਂ ਨੂੰ ਮਿਲਾ ਕੇ ਕੁੱਲ ਰਾਗਾਂ ਦੀ ਗਿਣਤੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤੇਮਾਲ ਕੀਤੇ ਗਏ ਉਹਨਾਂ ਦੀ ਗਿਣਤੀ 62 ਹੋ ਜਾਂਦੀ ਹੈ।
ਇਹਨਾਂ ਹੀ ਰਾਗਾਂ ਦੇ ਅੰਦਰ ਗਾਇਨ ਕੀਤੇ ਹੋਏ ਸ਼ਬਦਾਂ ਦੀ ਪੂਰੀ ਹਰ ਰਾਗ ਦੀ ਵੰਨਗੀ, ਇੱਕ ਇੱਕ ਰਾਗ ਦਾ ਇੱਕ ਇੱਕ ਸ਼ਬਦ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੋ ਸੰਗੀਤ ਵਿਭਾਗ ਦੇ ਮੁਖੀ ਹਨ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਨੇ ਬਕਾਇਦਾ ਇਹਨਾਂ ਸ਼ਬਦਾਂ ਦਾ ਗਾਇਨ ਕਰਕੇ ਤੇ 10 ਕੈਸੇਟ ਦਾ ਇੱਕ ਸੈੱਟ ਵੀ ਕਦੀ ਕੱਢਿਆ ਸੀ ਕੁਝ ਸਾਲ ਪਹਿਲਾਂ। ਜਿਨ੍ਹਾਂ ਨੂੰ ਕੀਰਤਨ ਦਾ ਸ਼ੌਂਕ ਹੋਵੇ, ਰਾਗਾਂ ਦੇ ਬਾਰੇ ਜਾਣਕਾਰੀ ਜ਼ਿਆਦਾ ਲੈਣੀ ਚਾਹੁੰਦੇ ਹੋਣ, ਤਾਂ ਉਹ ਵਾਲੀਆਂ ਕੈਸੇਟ ਦੇ ਵਿੱਚੋਂ ਕੀਰਤਨ ਸੁਣ ਕੇ ਵੱਖ-ਵੱਖ ਰਾਗਾਂ ਦਾ ਸਰੂਪ ਸੁਣ ਸਕਦੇ ਹਨ, ਮਾਣ ਸਕਦੇ ਹਨ। ਜਿੱਥੋਂ ਤੱਕ ਰਹੀ ਗੱਲ ਕਿ ਮਹੱਤਵ ਕੀ ਹੈ, तो ਈਵਨ ਸਿੱਖ ਰਿਆਤ ਮਰਿਆਦਾ ਦੇ ਅੰਦਰ ਵੀ ਲਿਖਿਆ ਗਿਆ ਹੈ, ਜਿਸਲੇ ਕੀਰਤਨ ਦੀ ਗੱਲ ਕੀਤੀ ਗਈ ਹੈ ਤਾਂ ਉੱਥੇ ਵੀ ਬੜਾ ਸਪਸ਼ਟ ਲਿਖਿਆ ਹੈ ਕਿ ਕੀਰਤਨ ਰਾਗਾਂ ਦੇ ਵਿੱਚ ਗੁਰਬਾਣੀ ਦਾ ਗਾਇਨ ਕਰਨ ਨੂੰ ਕੀਰਤਨ ਆਖਦੇ ਹਨ। ਤੇ ਇਤਿਹਾਸਕ ਪੱਖ ਤੋਂ ਵੀ ਦੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਪ ਹੀ ਇਸ ਗੱਲ ਨੂੰ ਮਾਨਤਾ ਦਿੱਤੀ। ਸਭ ਤੋਂ ਪਹਿਲੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ। ਜਦੋਂ ਕਦੀ ਵੀ ਉਹਨਾਂ ਨੇ ਬਾਣੀ ਉਚਾਰਨ ਕਰਨੀ ਹੁੰਦੀ ਸੀ ਤਾਂ ਉਹ ਹਮੇਸ਼ਾ ਮਰਦਾਨੇ ਨੂੰ ਕਹਿੰਦੇ ਸੀ, ਮਰਦਾਨਿਆਂ ਰਾਗ ਵਜਾ ਬਾਣੀ ਆਈ ਹੈ। ਮਹਾਰਾਜ ਆਪ ਬਾਣੀ ਨੂੰ ਰਾਗਬੱਧ ਕੀਰਤਨ ਕਰਦੇ ਸੀ। ਫਿਰ ਗੁਰਬਾਣੀ ਦੇ ਉੱਪਰ ਰਾਗਾਂ ਦੇ ਸਿਰਲੇਖ ਵੀ ਗੁਰੂ ਸਾਹਿਬਾਨ ਨੇ ਆਪ ਦਿੱਤੇ ਹੋਏ ਹਨ। ਫਿਰ ਉਹਨਾਂ ਦੇ ਬਾਰੇ ਹੋਰ ਵੀ ਕਈ ਨਾਲ ਸੰਕੇਤ ਦਿੱਤੇ ਗਏ ਹਨ ਕਿ ਕਿਹੜੇ ਘਰ ਵਿੱਚ ਗਾਇਨ ਕਰਨਾ ਹੈ। ਫਿਰ ਕਿਧਰੇ ਕਿਧਰੇ ਤਾਂ ਇਹ ਨਾਲ ਇਹ ਜੁੜਦੇ ਹੋਏ ਸੰਕੇਤ ਵੀ ਹਨ ਕਿ ਜਿਵੇਂ ਏਕ ਸੁਆਨ ਕੇ ਘਰ ਗਾਵਨਾ ਜਾਂ ਯਾਰੜੀਏ ਕੇ ਘਰ ਗਾਵਨਾ। ਇਸ ਤਰ੍ਹਾਂ ਇਸ ਤੋਂ ਇਲਾਵਾ ਫਿਰ ਵਾਰਾਂ ਦੀ ਧੁਨੀਆਂ ਜਿਹੜੀਆਂ ਨੇ ਉਹ ਵੀ ਧੁਨੀਆਂ ਦੇ ਕੇ ਉਹਨਾਂ ਨੂੰ ਗਾਇਨ ਕਰਨ ਦਾ ਵੀ ਸਿਰਲੇਖ ਦਿੱਤਾ ਗਿਆ ਹੈ। ਔਰ ਤਕਰੀਬਨ 8 ਤਰ੍ਹਾਂ ਦੀਆਂ ਧੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਮਹਾਰਾਜ ਨੇ ਦਰਜ ਕੀਤੀਆਂ ਹਨ। ਜਿਵੇਂ ਸਭ ਤੋਂ ਜ਼ਿਆਦਾ ਮਸ਼ਹੂਰ ਤਾਂ ਟੁੰਡੇ ਅਸਰਾਜੇ ਕੀ ਧੁਨੀ ਹੈ, ਜੋ ਅਸੀਂ ਨਿਤਾ ਪ੍ਰਤੀ ਆਸਾ ਕੀ ਵਾਰ ਦੇ ਅੰਦਰ ਉਹਦਾ ਸਿਰਲੇਖ ਵਿੱਚ ਸੁਣਦੇ ਹੀ ਹਾਂ। ਉਹ ਇਹ ਗੁਰਮਤਿ ਦੇ ਅਨੁਸਾਰ, ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਗੁਰਬਾਣੀ ਦਾ ਗਾਇਨ ਰਾਗਾਂ ਦੇ ਵਿੱਚ, ਸੰਗੀਤ ਦੇ ਵਿੱਚ, ਰਾਗਾਂ ਦੇ ਵਿੱਚ ਰਾਗਬੱਧ ਤਰੀਕੇ ਨਾਲ ਕਰਨਾ ਚਾਹੀਦਾ ਹੈ। ਔਰ ਪ੍ਰੈਫਰੇਬਲੀ ਜੋ ਨਿਰਧਾਰਿਤ ਰਾਗ ਹਨ ਉਹਨਾਂ ਦੇ ਵਿੱਚ ਹੀ ਕੀਰਤਨ ਕਰਨਾ ਚਾਹੀਦਾ ਹੈ। ਜਿਹੜੇ ਕੁਝ ਇੱਕ ਬਾਣੀ ਦੇ ਹਿੱਸੇ ਐਸੇ ਹਨ ਜਿਨ੍ਹਾਂ ਦੇ ਉੱਪਰ ਰਾਗ ਮੈਂਸ਼ਨ ਨਹੀਂ ਹੈ, ਜਿਵੇਂ ਕਿ ਜਪ ਦੀ ਬਾਣੀ ਹੈ ਤੇ ਜਾਂ ਜੋ ਜੈਜਾਵੰਤੀ ਤੋਂ ਬਾਅਦ ਫਿਰ ਸ਼ਲੋਕ ਔਰ ਸਵਈਏ ਹਨ, ਉਹਨਾਂ ਦੇ ਉੱਪਰ ਕੋਈ ਰਾਗ ਮੈਂਸ਼ਨ ਨਹੀਂ ਹੈ, ਤਾਂ ਉਹ ਕਿਸੇ ਵੀ ਰਾਗ ਵਿੱਚ ਜਾਂ ਕਿਸੇ ਤਰ੍ਹਾਂ ਦੇ ਖੁੱਲੇ ਟਿਊਨਾਂ ਵਿੱਚ ਵੀ ਗਾਏ ਜਾ ਸਕਦੇ ਹਨ। ਪਰ ਜਿਨ੍ਹਾਂ ਰਾਗਾਂ ਦੇ ਉੱਪਰ ਸਿਰਲੇਖ ਦਿੱਤਾ ਗਿਆ ਹੈ ਉਹਨਾਂ ਦਾ ਗਾਇਨ ਪ੍ਰੈਫਰੇਬਲੀ ਨਿਰਧਾਰਿਤ ਰਾਗ ਵਿੱਚ ਹੀ ਹੋਣਾ ਚਾਹੀਦਾ ਹੈ। तो आस है कि इतनी की इन्फॉर्मेशन आप जी ਨੂੰ ਪ੍ਰਵਾਨ ਹੋਏਗੀ ਜੀ। ਜਿਸ ਤੋਂ ਇਲਾਵਾ ਕੋਈ ਹੋਰ ਸੱਜਣ ਇਹਦੇ ਵਿੱਚ ਕੋਈ ਕੰਟਰੀਬਿਊਟ ਕਰਨਾ ਚਾਹੁੰਦੇ ਹੋਣ ਤਾਂ ਉਹ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਵੀਰ ਫਤਿਹ। MP ਇੱਕ ਸਿੰਘ ਗੱਲ ਮੈਂ ਹੋਰ ਮੈਂਸ਼ਨ ਕਰਨੀ ਚਾਹਾਂਗਾ, ਜੀ। ਇਹਦੇ ਨਾਲ ਜੁੜਦੀ ਹੈ ਕਿ ਰਾਗਮਾਲਾ ਦੇ ਅੰਦਰ 84 ਰਾਗਾਂ ਦਾ ਜ਼ਿਕਰ ਮਿਲਦਾ ਹੈ। ਜੋ 1429 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਤੇ ਰਾਗਮਾਲਾ ਦਰਜ ਹੈ, ਉਹਦੇ ਵਿੱਚ 84 ਰਾਗਾਂ ਦੀ ਗਿਣਤੀ ਆਉਂਦੀ ਹੈ। 6 ਰਾਗ, 30 ਉਹਨਾਂ ਦੀ ਰਾਗਨੀਆਂ ਤੇ 48 ਉਹਨਾਂ ਦੇ ਪੁੱਤਰ। ਇਸ ਤਰ੍ਹਾਂ ਟੋਟਲ ਗਿਣਤੀ 84 ਬਣਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ 62 ਰਾਗ ਹਨ, ਉਹਨਾਂ ਦੇ ਵਿੱਚੋਂ ਕੁਝ ਇੱਕ ਰਾਗ ਐਸੇ ਹਨ ਜਿਨ੍ਹਾਂ ਦਾ ਰਾਗਮਾਲਾ ਦੇ ਅੰਦਰ ਨਾਮ ਹੀ ਨਹੀਂ ਹੈ। ਤੇ ਕੁਝ ਰਾਗਾਂ ਦਾ ਤੇ ਫालतू ਨਾਮ ਹੋਣਾ ਹੀ ਸੀਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 62 ਰਾਗ ਵੀ ਗਿਣੇ ਜਾਣ ਤੇ ਰਾਗਮਾਲਾ ਨੇ 84 ਰਾਗਾਂ ਦੀ ਗਿਣਤੀ ਦਿੱਤੀ ਹੈ, ਤਾਂ ਇਹ 22 ਤਾਂ ਵੈਸੇ ਹੀ ਫालतू ਹੋ ਗਏ। ਪਰ ਉਹ 22 ਤੋਂ ਇਲਾਵਾ ਵੀ ਕੁਝ ਨਾਮ ਫालतू ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਨੇ। ਤੇ ਕੁਝ ਇੱਕ ਰਾਗ ਐਸੇ ਹਨ ਜਿਵੇਂ ਕਿ ਮਾਝ ਰਾਗ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਜਾਦ ਕੀਤਾ, ਉਸ ਰਾਗ ਦਾ ਨਾਮ ਰਾਗਮਾਲਾ 'ਚ ਹੈ ਹੀ ਨਹੀਂ ਹੈ। तो इस तरीके ਦੇ ਨਾਲ ਰਾਗਮਾਲਾ ਦੀ ਜੋ ਹੈ, ਜੋ ਬੰਤਰ ਹੈ, ਜੋ ਉਹਦਾ ਕੰਟੈਂਟ ਹੈ, ਉਹ ਗੁਰਬਾਣੀ ਦੇ ਨਾਲ ਕਿਸੇ ਤਰੀਕੇ ਨਾਲ ਵੀ ਜੁੜਦਾ ਨਹੀਂ ਹੈ। ਇਹ ਇਤਨੀ ਕੁ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ MP ਸਿੰਘ ਜੀ ਨੇ ਇਹ ਵਿਸਥਾਰ ਦੱਸਿਆ। ਔਰ ਕਈ ਗੱਲਾਂ ਜਿਹੜੀਆਂ ਜਿਵੇਂ ਕਿਹਾ ਵੀ ਅਜੇ ਵੀ ਸਾਡੀ ਖੋਜ ਦੀ ਮੁਤਾਜ ਨੇ, ਵੀ ਜਿਵੇਂ ਉਹਨਾਂ 84 ਰਾਗਾਂ ਦੀ ਗੱਲ ਕੀਤੀ ਹੈ ਰਾਗਮਾਲਾ ਵਿੱਚ। ਤਾਂ ਖੈਰ ਸਮਾਂ ਤੇ ਸਤਿਗੁਰੂ ਕਿਰਪਾ ਕਰਨ ਵੀ ਸਾਡੇ ਜੋ ਵਿਚਾਰਵਾਨ ਨੇ, ਥਿੰਕਰਸ ਨੇ, ਇਸ ਪਾਸੇ ਸਮਾਂ ਲਾਉਣ ਔਰ ਬੜਾ ਜ਼ਰੂਰੀ ਹੈ। तो वीर जगजीत सिंह जी डॉक्टर साहब तेजी साहब ਤੋਂ ਇੱਕ ਸੁਜੈਸ਼ਨ ਆਈ ਹੈ ਵੀ ਕਈ ਸ਼ਬਦ ਰਿਪੀਟ ਹੁੰਦੇ ਨੇ ਤੇ ਉਹਨਾਂ ਨੂੰ ਸਿਰਫ 1-2 ਲਾਈਨ ਜਵਾਬ ਦੇ ਕੇ ਬਾਕੀ ਜਿਹੜੀ ਸਾਡੀ ਵੈਬਸਾਈਟ ਹੈ ਜਿੱਥੇ ਪਹਿਲੇ ਅਸੀਂ YouTube ਤੇ ਪਾਇਆ ਉਹਦਾ ਰੈਫਰੈਂਸ ਦਿੱਤਾ ਹੈ। तो ਇਸ ਗੱਲ ਦਾ ਖਿਆਲ ਰੱਖਿਆ ਜਾਏਗਾ ਡਾਕਟਰ ਸਾਹਿਬ। तो ਕੋਸ਼ਿਸ਼ ਤਾਂ ਹੁੰਦੀ ਹੈ
ਪਿੱਛੇ ਵੀ ਇੱਕ ਸਵਾਲ ਰਿਪੀਟ ਹੋਇਆ ਸੀ ਤਾਂ ਉਹਦੇ 'ਚ ਕਹਿ ਦਿੱਤਾ ਸੀ ਵੀ ਇਸ ਤਰ੍ਹਾਂ ਨਹੀਂ, ਪਰ ਫਿਰ ਵੀ ਜੇ ਕਈ ਵਾਰੀ ਐਸਾ ਵੀ ਹੋ ਸਕਦਾ ਵੀ ਸਵਾਲ ਦੀ ਪੁੱਛਣ ਦੇ 'ਚ ਥੋੜ੍ਹਾ ਬਹੁਤਾ ਕੋਈ ਉਹਦੇ 'ਚ ਫਰਕ ਹੋਵੇ, ਤਾਂ ਪਰ ਫਿਰ ਵੀ ਤੁਹਾਡਾ ਸੁਜੈਸ਼ਨ ਬੜਾ ਕੀਮਤੀ ਹੈ, ਅਸੀਂ ਉਹਨੂੰ ਰਿਵਿਊ ਰੱਖਾਂਗੇ। ਧੰਨਵਾਦ ਜੀ। ਤਾਂ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਸਾਡੇ ਕੋਲ ਆ ਰਿਹਾ ਹੈ, ਇਹਦੇ ਬਾਰੇ ਸ਼ਾਇਦ ਤਜਿੰਦਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ, ਉਹਨਾਂ ਦਾ ਹੈਂਡ ਰੇਜ਼ ਹੈ। ਹਾਂਜੀ, ਉਹਨਾਂ ਦੇ ਕੁਐਸਚਨ ਆਇਆ ਸੀਗਾ ਜਿਹੜਾ ਮੈਂ ਹੁਣੇ ਦੱਸਿਆ ਵੀ ਉਹਨਾਂ ਕਿਹਾ ਵੀ ਜਿਹੜਾ ਰਿਪੀਟ ਹੋਵੇ ਉਹਨੂੰ ਆਪਾਂ। ਤਜਿੰਦਰ ਸਿੰਘ ਦਾ, ਹਾਂਜੀ, ਤਜਿੰਦਰ ਸਿੰਘ ਆਸਟ੍ਰੇਲੀਆ ਵਾਲੇ, ਸਰਦਾਰ ਤਜਿੰਦਰ ਸਿੰਘ ਆਸਟ੍ਰੇਲੀਆ ਵਾਲੇ ਵੀ ਕੁਝ ਕਹਿਣਾ ਚਾਹੁੰਦੇ ਨੇ। ਅੱਛਾ, ਹਾਂਜੀ ਤਜਿੰਦਰ ਸਿੰਘ ਜੀ। ਹਾਂਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਸਿੱਖ ਰਹਿਤ ਮਰਿਆਦਾ ਦੇ ਅੰਦਰ ਜਿੱਥੇ ਰਾਗਾਂ 'ਚ ਕੀਰਤਨ ਕਰਨ ਦੀ ਹਦਾਇਤ ਹੈ, ਉੱਥੇ ਨਾਲ ਜੋੜੀਆਂ ਦੇ ਨਾਲ ਵੀ ਕੀਰਤਨ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਗਈ ਹੈ। ਲੇਕਿਨ ਉਹਦੇ 'ਚ ਇਹ ਲਿਖਿਆ ਹੈ ਕਿ ਵਾਧੂ ਜਿਹੜੀਆਂ ਹਨ ਉਹ ਜਿਹੜੀਆਂ ਨੇ ਪੰਕਤੀਆਂ ਜਿਹੜੀਆਂ ਨੇ ਉਹ ਬਾਹਰੋਂ ਨਾਲ ਨਾ ਰਲਾਈਆਂ ਜਾਣ, ਕਿ ਕੇਵਲ ਰਾਗਾਂ ਦੇ ਵਿੱਚ ਹੀ ਨਹੀਂ ਕੀਰਤਨ, ਰਾਗ ਤੋਂ ਇਲਾਵਾ ਵੀ ਜੋਟੀਆਂ ਨਾਲ ਵੀ ਸ਼ਬਦ ਕੀਰਤਨ ਜਿਹੜਾ ਉਹ ਕੀਤਾ ਜਾ ਸਕਦਾ ਹੈ। ਮੈਂ ਇੰਨੀ ਗੱਲ ਕਰਨੀ ਸੀ। ਕਿ ਬਾਕੀ ਇਹ ਹੈ ਕਿ 62 ਜਿਹੜੇ ਰਾਗ ਨੇ, 60 ਰਾਗ ਦਾ ਤੇ ਵੇਰਵਾ ਦਾਸ ਕੋਲ ਹੈ, ਬਾਕੀ 2 ਜਿਹੜੇ ਰਾਗ ਨੇ ਮਿਸ਼ਰਿਤ ਰਾਗ ਨੇ ਉਹ ਵੀਰ MP ਸਿੰਘ ਜੀ ਨਾਲ ਮੈਂ ਗੱਲ ਕਰਕੇ ਪਤਾ ਕਰ ਲਵਾਂਗਾ। ਠੀਕ ਹੈ ਜੀ, ਸ਼ੁਕਰੀਆ ਜੀ ਵੀਰ ਤਜਿੰਦਰ ਸਿੰਘ ਜੀ। ਆਪਾਂ ਹੁਣ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਮੈਂ ਬੇਨਤੀ ਕਰ ਰਿਹਾ ਸਾਂ ਕਿ ਅਗਲਾ ਸਵਾਲ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ। ਤੋ ਇੱਕ ਗੱਲ ਮੈਂ ਸਾਧ ਸੰਗਤ ਜ਼ਰੂਰ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਾਡੀ ਕੌਮ ਦੀ ਤਰਾਸਦੀ ਹੈ ਕਿ ਅਸੀਂ ਪਹਿਲੀ ਗੱਲ ਤੇ ਸ਼ਾਇਦ ਖਰੀਦਦੇ ਬੜਾ ਘੱਟ ਹਾਂ। ਜੇ ਖਰੀਦ ਲਈਏ ਤਾਂ ਸਾਡੇ 'ਚ ਪੜ੍ਹਨ ਦਾ ਮਸ ਨਹੀਂ ਹੈ। ਇਹ ਮੈਨੂੰ ਖਿਮਾ ਕਰਨਾ ਮੈਂ ਕਹਿ ਰਿਹਾ, ਇਹ ਸਾਡੀ ਕੌਮ ਦੀ ਤਰਾਸਦੀ। ਪਿੱਛੇ ਜੇ ਇੱਕ ਮੈਨੂੰ ਇਨਸੀਡੈਂਟ ਪਤਾ ਲੱਗਿਆ ਸੀਗਾ ਵੀ, ਕਿਉਂਕਿ ਸਾਊਥ ਇੰਡੀਆ 'ਚ ਤੁਹਾਨੂੰ ਪਤਾ ਵੀ ਉਹ ਆਪਣੇ ਜਿਹੜਾ ਕਲਚਰ ਹੈ ਜਾਂ ਉਹਨਾਂ ਦਾ ਜਿਹੜਾ ਲਿਟਰੇਚਰ ਹੈ ਉਹਦੇ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਸਾਊਥ ਇੰਡੀਆ। ਤਾਂ ਉਹਦੇ 'ਚ ਇੱਕ ਮਤਲਬ ਵੀ ਕਿਸੇ ਨੇ ਦੱਸਿਆ ਸੀ ਵੀ ਉਹ ਕੋਈ ਸੱਜਣ ਮਿਲਿਆ ਤੇ ਉਹਨੇ ਕਿਹਾ ਵੀ ਇਹ ਗੱਲ ਇਹੀ ਚੱਲੀ ਇਤਿਹਾਸ ਦੀ ਬਈ ਅੰਗਰੇਜ਼ਾਂ ਨੇ ਇਹ ਕੀਤਾ ਉਹ ਕੀਤਾ। ਉਹ ਕਹਿੰਦਾ ਦੇਖੋ ਜੀ, ਅੰਗਰੇਜ਼ ਚਲੇ ਗਏ, ਉਹ ਜਾਣ ਲੱਗੇ, ਅਸੀਂ ਉਹਨਾਂ ਦੀ ਕਿਤਾਬ ਲੈ ਲਈ ਤੇ ਮੈਨੂੰ ਖਿਮਾ ਕਰਨਾ ਕਹਿੰਦਾ ਪੰਜਾਬੀਆਂ ਨੇ ਸ਼ਰਾਬ ਲੈ ਲਈ। ਉਹ ਬੜਾ ਇਸ ਕੋਲੋਂ ਚੁੱਕਣਾ ਹੋਇਆ, ਕਹਿੰਦਾ ਤੂੰ ਕਿਹਾ ਕਿੱਦਾਂ? ਉਹ ਕਹਿੰਦਾ ਜੀ ਤੁਸੀਂ ਚਲੋ ਮੇਰੇ ਘਰ, ਸ਼ਾਇਦ ਆਂਧਰਾ ਪ੍ਰਦੇਸ਼ ਦੀ ਗੱਲ। ਉਹ ਆਪਣੇ ਘਰ ਗਿਆ ਤੇ ਉਸ ਨੌਜਵਾਨ ਦੇ ਕਮਰੇ ਵਿੱਚ 300-400 ਕਿਤਾਬਾਂ ਸਨ। ਕਹਿੰਦਾ ਸਾਰੀਆਂ ਸਾਡੇ ਆਪਣੇ ਇਤਿਹਾਸ ਤੇ ਕਲਚਰ ਬਾਰੇ ਨੇ। ਫਿਰ ਉਸ ਤੋਂ ਬਾਅਦ ਉਹ ਆਪਣੀ ਮਦਰ ਦੇ ਕਮਰੇ 'ਚ ਲੈ ਗਿਆ। ਉਹਦੀ ਮਦਰ ਜਿਹੜੀ ਹਾਊਸ ਹੋਲਡ ਹੈ, ਕੋਈ ਹੋਰ ਨਹੀਂ ਹੈ, ਤੇ ਉਹਦੇ ਕਮਰੇ 'ਚ ਕਹਿੰਦਾ ਘੱਟੋ ਘੱਟ 700-800 ਕਿਤਾਬਾਂ ਸਨ। ਫਿਰ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਹੋਰ ਦਿਖਾਣਾ। ਤੀਜਾ ਕਮਰਾ ਉਹਦੀ ਸਿਸਟਰ ਦਾ ਸੀ, ਭੈਣ ਦਾ ਸੀ। ਉਹ ਡਾਕਟਰ ਹੈ ਪਰ ਉਹਦੇ ਕਮਰੇ ਵਿੱਚ ਵੀ ਕਹਿੰਦਾ 400-500 ਕਿਤਾਬਾਂ ਸੀਗੀਆਂ। ਤੇ ਉਹ ਕਹਿਣ ਲੱਗਾ ਵੀ ਇਹ ਤਾਂ ਉਹਦੇ ਕਿਤੇ ਦੀ ਹੋਣਗੀਆਂ। ਕਹਿੰਦਾ ਨਹੀਂ, ਕੋਈ ਕਿਤਾਬ ਕੱਢ ਕੇ ਦੇਖੋ, ਇਹ ਸਾਡੇ ਕਲਚਰ ਬਾਰੇ ਨੇ, ਸਾਡੇ ਇਤਿਹਾਸ ਬਾਰੇ ਨੇ। ਤਾਂ ਮਤਲਬ ਇਹ ਹੈ ਕਿ ਇੰਨਾ ਜ਼ਿਆਦਾ ਪੜ੍ਹਨ ਦਾ ਮਸ ਹੈ, ਅਸੀਂ ਬਹੁਤ ਪਿੱਛੇ ਹਾਂ। ਤਾਂ ਜਿਸ ਕਰਕੇ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਅਸੀਂ ਆਪਣਾ ਇਤਿਹਾਸ ਲਿਖੀਏ ਵੀ, ਜਿਹੜੇ ਲਿਖ ਸਕਦੇ ਨੇ, ਬਾਕੀ ਆਪਾਂ ਪੜ੍ਹੀਏ ਵੀ। ਤਾਂ ਲਿਖਣ ਤੇ ਪੜ੍ਹਨ ਦਾ ਸਾਡੇ ਵਿੱਚ, ਆਪਣੇ ਇਤਿਹਾਸ ਨੂੰ ਸਾਂਭਣ ਦਾ ਇਹ ਬੜਾ ਇਸ ਵੇਲੇ ਅਹਿਮ ਜ਼ਰੂਰ ਹੈ। ਕਿਉਂਕਿ ਕਿਸੇ ਕੌਮ ਦਾ ਵੀ ਜਿਹੜੀ ਬਣਤਰ ਹੈ ਉਹਦੇ ਇਤਿਹਾਸ ਤੇ ਨਿਰਭਰ ਕਰਦੀ ਹੈ। ਸੋ ਇਤਿਹਾਸ ਵੀ ਆਵੇ ਔਰ ਸਹੀ ਇਤਿਹਾਸ ਸਾਡੇ ਸਾਹਮਣੇ ਆਉਣਾ ਚਾਹੀਦਾ। ਪਰ ਜਿਸ ਤਰ੍ਹਾਂ ਬੇਨਤੀ ਕੀਤੀ ਹੈ, ਸਾਡੇ ਵਿੱਚ ਅਸੀਂ ਆਪਣੀ ਬੋਲੀ ਦਾ ਇਤਿਹਾਸ ਪਹਿਲੇ ਲਿਖਦੇ ਘੱਟ ਹਾਂ, ਫਿਰ ਖਰੀਦਦੇ ਘੱਟ ਹਾਂ, ਜੇ ਖਰੀਦੀਏ ਤਾਂ ਪੜ੍ਹਦੇ ਘੱਟ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇਣਾ ਵੀ ਸਿੱਖ ਭਲਵਾੜੀ ਮੈਗਜ਼ੀਨ ਨੂੰ ਦੇਖੋ ਕਿੰਨੀ ਦੇਰ ਹੋ ਗਈ ਨਿਕਲਦੇ ਆ। ਜੇ ਹਿੰਦੁਸਤਾਨ ਦੇ ਵਿੱਚ ਸਾਡੀ ਗਿਣਤੀ 2 ਕਰੋੜ ਦੇ ਕਰੀਬ ਹੋਵੇ ਤਾਂ ਘੱਟੋ ਘੱਟ 2 ਲੱਖ ਜਾਂ 3 ਲੱਖ ਤੇ ਪਰਚਾ ਜਿਹੜਾ ਸਿੱਖ ਭਲਵਾੜੀ ਜਿਹੜੇ ਇਹ ਉਹਨਾਂ ਜਾਣਾ ਚਾਹੀਦਾ। ਪਰ ਇਹਦੀ ਸਰਕੂਲੇਸ਼ਨ ਅਜੇ ਹਜ਼ਾਰਾਂ 'ਚ ਲੱਖਾਂ 'ਚ ਨਹੀਂ ਹੋਈ। ਸਾਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ। ਮੈਨੂੰ ਖਿਮਾ ਕਰਨਾ, ਮੈਂ ਤੁਹਾਡਾ ਸਮਾਂ ਲੈ ਲਿਆ। ਤੋ ਸਵਾਲ ਹੈ ਜੀ ਭਾਈ ਗੁਰਦਾਸ ਜੀ ਦੂਸਰਾ। ਭਾਈ ਗੁਰਦਾਸ ਜੀ ਦਾ ਨਾਂ ਤੇ ਆਪਾਂ ਸੁਣਦੇ ਹਾਂ। ਇੱਕ ਭਾਈ ਗੁਰਦਾਸ ਜੀ ਦੂਸਰਾ ਕਰਕੇ ਲਿਖਿਆ ਹੈ ਵੀ ਇਹ ਭਾਈ ਗੁਰਦਾਸ ਜੀ ਦੂਸਰੇ ਕੌਣ ਨੇ? ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਦੂਜੇ ਬਾਰੇ ਜੋ ਸਪੀਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵਾਰਾਂ ਦੀ ਸਪੀਚ ਲਿਖੀ ਹੈ, ਉਹਦੇ ਪੰਨਾ 636 ਉੱਤੇ
ਭਾਈ ਸਾਹਿਬ ਲਿਖਦੇ ਹਨ ਕਿ ਸਿੱਖ ਇਤਿਹਾਸ ਵਿੱਚ 3 ਜਾਂ 4 ਭਾਈ ਗੁਰਦਾਸ ਹੋਏ ਨੇ। ਸਤਪਾਲ ਸਿੰਘ ਜੀ ਥੋੜਾ ਨੇੜੇ ਹੋ ਜਾਓ ਆਪਣੇ, ਤੁਹਾਡੀ ਆਵਾਜ਼ ਕੱਟਦੀ ਹੈ, ਥੋੜਾ ਨੇੜੇ ਹੋ ਕੇ ਕਰੋ। ਹਾਂਜੀ, ਆਵਾਜ਼ ਠੀਕ ਆਈ ਜੀ ਹੁਣ? ਹਾਂ ਹੁਣ ਠੀਕ ਹੈ। ਹਾਂਜੀ ਵੀਰ ਜੀ, ਸਿੱਖ ਇਤਿਹਾਸ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਸਟੀਕ ਲਿਖੀ ਹੈ, ਉਹਦੇ ਪੰਨਾ 636 ਉੱਤੇ ਲਿਖਦੇ ਹਨ ਕਿ ਸਿੱਖ ਇਤਿਹਾਸ ਵਿੱਚ 3 ਜਾਂ 4 ਭਾਈ ਗੁਰਦਾਸ ਹੋਏ ਹਨ। ਨੰਬਰ 1 ਤੇ ਉਹਨਾਂ ਨੇ ਪਹਿਲੇ ਭਾਈ ਗੁਰਦਾਸ ਜੀ, ਜੋ ਗੁਰੂ ਅਮਰਦਾਸ ਜੀ ਮਹਾਰਾਜ ਦੇ ਰਿਸ਼ਤੇ ਵਿੱਚ ਭਤੀਜੇ ਲੱਗਦੇ ਸਨ, ਤੇ ਜਿਨ੍ਹਾਂ ਨੇ ਤੀਜੇ, ਚੌਥੇ ਤੇ ਪੰਜਵੇਂ, ਛੇਵੇਂ ਪਾਤਸ਼ਾਹ ਜੀ ਤੱਕ ਉਹਨਾਂ ਦੀ ਹਜ਼ੂਰੀ ਵਿੱਚ ਧਰਮ ਪ੍ਰਚਾਰ ਦੀ ਸੇਵਾ ਨਿਭਾਈ। ਇਹਨਾਂ ਦੀਆਂ ਹੀ ਲਿਖੀਆਂ ਹੋਈਆਂ 40 ਵਾਰਾਂ ਤੇ ਕਵਿਤ ਜੋ ਅਸੀਂ ਅੱਜ ਕੱਲ੍ਹ ਆਮ ਪ੍ਰਚਲਿਤ ਹਨ, ਉਹਨਾਂ ਦੇ ਹੀ ਉਚਾਰਨ ਕੀਤੇ ਹੋਏ ਨੇ। ਤੇ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਇਹਨਾਂ ਦੀ ਪਾਵਨ ਬਾਣੀ ਨੂੰ ਹੀ ਗੁਰਬਾਣੀ ਦੀ ਖੂੰਜੀ ਜਾਂ ਉਹਨਾਂ ਦੀ ਵਿਆਖਿਆ ਸਰੂਪ ਕਹਿ ਕੇ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਹੈ। ਤੋਂ ਪਹਿਲੇ ਭਾਈ ਗੁਰਦਾਸ ਜੀ ਇਹ ਸਨ। ਦੂਜੇ ਭਾਈ ਗੁਰਦਾਸ ਜੀ 9ਵੇਂ ਪਾਤਸ਼ਾਹ ਦੇ ਸਿੱਖ ਤੇ ਦਸ਼ਮੇਸ਼ ਪਿਤਾ ਜੀ ਦੇ ਚੌਰ ਵਰਦਾਰ ਭਾਈ ਤੀਰਥੀਆ, ਜੋ ਅੰਮ੍ਰਿਤਸਰ ਦੇ ਸਾਹਿਬ ਤੀਰਥ ਸਿੰਘ ਬਣ ਗਏ, ਉਹਨਾਂ ਦੇ ਪਿਤਾ ਜੀ ਦਾ ਨਾਮ ਹੈ 9ਵੇਂ ਪਾਤਸ਼ਾਹ ਦੇ ਵੇਲੇ। ਔਰ ਤੀਜੇ ਭਾਈ ਗੁਰਦਾਸ ਜੀ ਭਾਈ ਬਹਿਲੋ ਜੀ ਦੇ, ਜਿਨ੍ਹਾਂ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਮਾਣ ਬਖਸ਼ਿਆ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ ਉਹਦੇ ਖਾਨਦਾਨ ਵਿੱਚੋਂ ਹੋਏ ਨੇ। ਤੇ ਇਹ ਮਸੰਦ ਸਨ। 7ਵੇਂ ਪਾਤਸ਼ਾਹ ਦੇ ਸਮੇਂ ਸੇਵਾ ਨਿਭਾਈ। ਜਦੋਂ ਦਿੱਲੀ ਨੂੰ ਬਾਬਾ ਰਾਮ ਰਾਏ ਨੂੰ ਭੇਜਿਆ, ਇਹ ਉਹਨਾਂ ਦੇ ਨਾਲ ਸਨ। ਤੇ ਜਦੋਂ ਉਹਨਾਂ ਦਾ ਬਾਈਕਾਟ ਹੋ ਗਿਆ, ਉਸ ਤੋਂ ਬਾਅਦ ਬਾਬਾ ਰਾਮ ਰਾਏ ਦੀ ਪਤਨੀ ਮਾਤਾ ਪੰਜਾਬ ਕੌਰ ਦੀ ਸੇਵਾ ਦੇ ਵਿੱਚ ਆ ਗਏ ਸਨ। ਜਦੋਂ ਉਹਨਾਂ ਦਾ ਦੇਹਾਂਤ ਹੋ ਗਿਆ ਬਾਅਦ ਵਿੱਚ, ਤੇ ਦਸ਼ਮੇਸ਼ ਪਿਤਾ ਕੋਲੋਂ ਇਹਨਾਂ ਨੇ ਮਾਫੀ ਮੰਗ ਲਈ ਸੀ। ਕਿ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਇਹ ਤੀਜੇ ਭਾਈ ਗੁਰਦਾਸ ਜੀ ਹੋਏ ਹਨ। ਤੇ ਜਿਹੜਾ ਚੌਥੇ ਭਾਈ ਗੁਰਦਾਸ ਜੀ ਦੀ ਗੱਲ ਆਉਂਦੀ, ਜਿਨ੍ਹਾਂ ਦੀ 41ਵੀਂ ਵਾਰ ਵੀ ਕਹੀ ਜਾਂਦੀ ਹੈ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਇਹਨਾਂ ਵਿੱਚੋਂ 41ਵੀਂ ਵਾਰ ਜਿਹੜੀ ਹੋਰ ਕਿਸੇ ਦੀ ਨਹੀਂ, ਇਹਨਾਂ ਵਿੱਚੋਂ ਕਿਸੇ ਦੀ ਨਹੀਂ, ਨਾ ਪਹਿਲੇ ਭਾਈ ਗੁਰਦਾਸ ਜੀ ਦੀ ਤੇ ਨਾ ਦੂਜਿਆਂ ਦੀ। ਇਹਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਅਸੀਂ ਇਹ ਰਚਨਾ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਦਾ ਇਹ ਲਿਖਿਆ, ਸੰਬਤ 17 ਸੇ ਭਾਏ ਵਰਖ 57 ਜਾਨ ਗੁਰਦਾਸ ਸਿੰਘ ਪੂਰਨ ਕੀਓ ਸ੍ਰੀ ਗੁਰੂ ਗ੍ਰੰਥ ਪ੍ਰਮਾਨ। ਤੋ ਇਹ ਸੰਮਤ 1757 ਆਪਣੇ ਆਪ ਨੂੰ ਦੱਸਦੇ ਹਨ। ਪਰ ਇਸ ਵਾਰ ਦੀ ਪੌੜੀ ਨੰਬਰ 19 ਦੇ ਵਿੱਚ ਇੱਕ ਤੁਕ ਹੋਰ ਹੈ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦਿੱਤੀ ਕਿ ਜੇ 12 ਸਦੀ ਨਵੇੜ ਕੇ ਗੁਰਫਤਿਹ ਬੁਲਾਈ, ਜੇ 12 ਸਦੀ ਨਵੇੜ ਕੇ ਗੁਰਫਤਿਹ ਬੁਲਾਈ। ਤੇ ਭਾਈ ਸਾਹਿਬ ਨੇ ਇਹ ਅਰਥ ਕਰਦਿਆਂ ਲਿਖਿਆ ਕਿ ਇਸ ਦੇ ਅਨੁਸਾਰ ਵਾਰ ਦੀ ਸੰਪੂਰਨਤਾ ਦੇ ਕਰਤਾ ਸਮੇਂ ਹਿਜਰੀ ਸੰਮਤ 12ਵੀਂ ਸਦੀ ਪੂਰੀ ਹੋ ਰਹੀ ਸੀ ਜਾਂ ਹੋ ਚੁੱਕੀ ਸੀ, ਜਿਸ ਦਾ ਸੰਮਤ ਵਿਕਰਮੀ 1844 ਬਣਦਾ ਹੈ ਤੇ ਈਸਵੀ ਸੰਨ 1787 ਬਣਦਾ ਹੈ। ਅੰਤ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ 41ਵੀਂ ਵਾਰ ਹੋਰ ਕਿਸੇ ਭਾਈ ਗੁਰਦਾਸ ਸਿੰਘ ਦੀ ਪਾਵੀ ਦੇ ਵੱਲ ਇਸ਼ਾਰਾ ਕੀਤਾ ਹੈ ਕਿ ਇਸੇ ਭਾਈ ਗੁਰਦਾਸ ਸਿੰਘ ਜੀ ਹੈ ਜੋ ਦਸ਼ਮੇਸ਼ ਪਿਤਾ ਤੋਂ ਬਹੁਤ ਦੇਰ ਬਾਅਦ ਹੋਏ ਹਨ। ਇਹ ਵਾਰ ਸਰਬਲੋਕ ਗ੍ਰੰਥ ਵਿੱਚ ਵੀ ਦਰਜ ਹੈ। ਤੇ ਨਾਲ ਹੀ ਉਹਨਾਂ ਨੇ ਨੋਟ ਦਿੱਤਾ ਹੈ, ਸ਼੍ਰੀਮਾਨ ਸੱਚਖੰਡ ਵਾਸੀ ਭਾਈ ਹਜ਼ਾਰਾ ਸਿੰਘ ਜੀ ਭਾਈ ਵੀਰ ਸਿੰਘ ਜੀ ਦੇ ਨਾਨਾ ਜੀ ਸਨ। ਉਹਨਾਂ ਨੇ ਜੋ 12 ਟੀਕੇ ਸਮੇਤ ਪਹਿਲਾਂ ਛਾਪੀਆਂ, ਉਸ ਸਟੀਕ ਦੇ ਵਿੱਚ, ਉਸ ਟੀਕੇ ਦੇ ਵਿੱਚ ਇਹ ਵਾਰ ਸ਼ਾਮਲ ਨਹੀਂ ਸੀ। ਇਸ ਵਾਰ ਦੀ ਚੌਥੀ ਐਡੀਸ਼ਨ ਦੇ ਵਿੱਚ, ਜਿਹੜੀ ਚੌਥੀ ਐਡੀਸ਼ਨ ਭਾਈ ਸਾਹਿਬ ਨੇ ਛਾਪੀ, ਉਹ ਮਈ 1933 ਵਿੱਚ ਸਾਨੂੰ ਲਿਖਿਆ ਹੈ, ਉਹਦੇ ਸ਼ੁਰੂ ਵਿੱਚ ਹੀ, ਤੇ ਉਸ ਵੇਲੇ ਦਰਜ ਕੀਤੀ ਗਈ। तो भाई साहब भाई वीर सिंह जी के लिखे अनुसार 4 भाई गुरदास ने, उन्होंने चो तिना विचों 41वीं वार जिहड़ी है किसी दी, पर चौथा भाई गुरदास सिंह दूजा वो वार जिहड़ी है इन्हां 40 वारां दे विच 41वीं वार दर्ज कर दित्ती गई, जिन्हां नूं असीं आम तौर ते दूजे भाई गुरदास सिंह जी कह के याद करते हैं, जिन्हां ने दसम पातशाह दे वेले दी
ਵਾਰ ਜਾਂ ਜ਼ਿਕਰ ਕੀਤਾ ਹੈ, ਪਰ ਸੰਨ 1787 ਭਾਈ ਵੀਰ ਸਿੰਘ ਜੀ ਨੇ ਉਹਦਾ ਦਿੱਤਾ ਹੈ। ਸੋ ਇਹ ਭਾਈ ਗੁਰਦਾਸ ਸਿੰਘ ਜੀ ਦੂਜੇ ਬਾਰੇ ਜੋ ਜਾਣਕਾਰੀ ਮੈਨੂੰ ਮਿਲ ਸਕੀ ਹੈ, ਇਸ ਤੋਂ ਵੱਧ ਕਿਸੇ ਨੂੰ ਹੋਰ ਪ੍ਰਾਪਤ ਹੋਵੇ ਪ੍ਰਾਪਤ ਕਰਨ, ਮੈਂ ਆਪ ਜੀ ਦਾ ਧੰਨਵਾਦ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪ੍ਰਿੰਸੀਪਲ ਸਾਹਿਬ ਜੀ ਦਾ ਧੰਨਵਾਦ ਹੈ ਜੀ। ਪ੍ਰਿੰਸੀਪਲ ਸਾਹਿਬ ਬੜੇ ਖੋਜੀ ਨੇ, ਔਰ ਅਸੀਂ ਤਾਂ ਭਾਈ ਗੁਰਦਾਸ ਦੂਸਰਾ ਪੁੱਛਿਆ, ਉਹਨਾਂ ਨੇ ਸਾਨੂੰ 4 ਦੱਸਤੇ ਨੇ। ਤੋ ਮੈਂ ਇੱਕ ਬੇਨਤੀ ਕਰਾਂਗਾ, ਉਹ ਸੰਗਤ ਵੱਲੋਂ ਮੈਂ ਖਿਮਾ ਮੰਗਦਾ ਕਿ ਪ੍ਰਿੰਸੀਪਲ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹ ਵੱਧਦੀ ਘਟਦੀ ਰਹੀ ਹੈ, ਕਈ ਅੱਖਰ ਜਿਹੜੇ ਨੇ ਉਹ ਚੰਗੀ ਤਰ੍ਹਾਂ ਨਹੀਂ ਸੁਣੇ ਗਏ, ਅਸੀਂ ਉਹਦੇ ਲਈ ਖਿਮਾ ਮੰਗਦੇ ਹਾਂ। ਤੇ ਪ੍ਰਿੰਸੀਪਲ ਸਾਹਿਬ ਨੂੰ ਰਿਕੁਐਸਟ ਕਰਾਂਗੇ ਵੀ ਤੁਸੀਂ ਕਿਰਪਾ ਕਰਕੇ ਇੱਕ ਸੋਹਣੀ ਜੀ ਲੈਪਟਾਪ ਲੈ ਕੇ ਨਾ ਜੀ, ਤੇ ਤੁਹਾਡੇ ਵਿਚਾਰ ਬੜੇ ਅਨਮੋਲ ਨੇ, ਤੇ ਇੱਕ ਸੁੰਦਰ ਜੀ ਲੈਪਟਾਪ ਲਿਆ ਕੇ ਰੱਖੋ ਜੀ, ਤੇ ਉਹਦੇ ਤੇ ਕਰਿਆ ਕਰੋ, ਮਿਹਰਬਾਨੀ, ਧੰਨਵਾਦ। ਤੋ ਇੱਕ ਡਾਕਟਰ ਜਗਜੀਤ ਸਿੰਘ ਜੀ ਵੱਲੋਂ ਮੈਸੇਜ ਆਇਆ ਸਾਧ ਸੰਗਤ, ਮੈਂ ਪੜ੍ਹ ਦਿੰਦਾ। ਪਿੱਛੇ ਗੱਲ ਚੱਲੀ ਸੀ ਵੀ ਤੁਕ ਤਤਕਰੇ ਦਾ ਰਹਾਓ ਦਾ ਤੁਕ ਤਤਕਰਾ ਹੈ ਕਿ ਨਹੀਂ। ਉਹ ਫਿਰ ਸਾਨੂੰ ਪਤਾ ਲੱਗ ਗਿਆ ਸੀ ਵੀ ਸਾਹਿਬ ਮੰਗਤ ਸਿੰਘ ਜੀ ਕਸ਼ਮੀਰ ਤੋਂ ਨੇ, ਉਹਨਾਂ ਨੇ ਫਿਰ ਕਿਹਾ ਸੀ ਦੱਸੋ ਕਿੱਥੇ ਭੇਜਣਾ ਹੈ। ਡਾਕਟਰ ਜਗਜੀਤ ਸਿੰਘ ਨੇ ਮੰਗਿਆ ਸੀਗਾ, ਉਹਨਾਂ ਨੂੰ ਪਹੁੰਚ ਗਿਆ, PDF ਫਾਈਲ ਪਹੁੰਚ ਗਈ ਹੈ, ਤੇ ਉਹ ਸੰਗਤ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ। ਉਹਨਾਂ ਪੁੱਛਿਆ ਵੀ ਕਿਵੇਂ ਕੀਤਾ ਜਾਏ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਇਹ ਜਿਹੜੀ PDF ਫਾਈਲ ਹੈ ਪੈਨਲ ਦੇ ਕਿਸੇ ਮੈਂਬਰ ਨੂੰ ਵੀ ਭੇਜ ਦਿਓ, ਤੇ ਅਸੀਂ ਆਪਣੇ ਗਰੁੱਪ ਵਿੱਚ ਪਾ ਦਿਆਂਗੇ, ਤੇ ਸਾਰੀ ਸੰਗਤ ਨੂੰ ਪਹੁੰਚ ਜਾਏਗੀ। ਧੰਨਵਾਦ ਜੀ। ਤੋ ਸਾਧ ਸੰਗਤ ਜੀ, ਆਓ ਆਪਾਂ, ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ ਹੈ, ਤੇ ਸਾਡੇ ਕੋਲ ਕੁਐਸਚਨ ਹੋਰ ਵੀ ਹਨ। ਤੋ ਅਗਲਾ ਕੁਐਸਚਨ ਜਿਹੜਾ ਹੈ ਉਹ ਵੀ ਫਿਰ ਇਤਿਹਾਸ ਨਾਲ ਸੰਬੰਧਿਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਜਿਹੜੀ ਹੋਈ ਗਵਾਲੀਅਰ ਕਿਲੇ ਚੋਂ, ਔਰ ਫਿਰ ਅੰਮ੍ਰਿਤਸਰ ਪਹੁੰਚੇ ਸੀਗੇ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਔਰ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਉਹ ਦੀਵਾਲੀ ਵਾਲੇ ਦਿਨ ਪਹੁੰਚੇ ਸੀ ਤੇ ਦੀਪਮਾਲਾ ਕੀਤੀ ਗਈ, ਤੇ ਅੱਜ ਵੀ ਦਰਬਾਰ ਸਾਹਿਬ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਤਗੜੀ ਦੀਪਮਾਲਾ ਕੀਤੀ ਜਾਂਦੀ ਹੈ। ਤੋ ਇਸ ਬਾਰੇ ਮੈਂ ਪਹਿਲੇ ਬੇਨਤੀ ਕਰਾਂਗਾ ਸਾਹਿਬ ਮਨਮੋਹਨ ਸਿੰਘ ਜੀ ਨੂੰ ਬਈ ਪੁੰਛ ਸਰਕਲ ਤੋਂ ਵੀ ਕਿਰਪਾ ਕਰਕੇ ਦੱਸੋ ਬਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਦ ਹੋਏ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਕਦੋਂ ਪਹੁੰਚੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਗੁਰਮੁਖ ਪਿਆਰਿਓ ਜੋ ਕਲਾਸ ਦੀ ਹਾਜ਼ਰੀ ਭਰ ਰਹੇ ਹੋ, ਜੋ ਸਵਾਲ ਆਇਆ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਅੰਮ੍ਰਿਤਸਰ ਕਦੋਂ ਪਹੁੰਚੇ ਸਨ। ਵੀਰ ਜੀ ਨੇ ਸਵਾਲ ਪੜ੍ਹਦਿਆਂ ਵੀ ਇੱਕ ਗੱਲ ਕਰ ਲਈ ਕਿ ਅੰਮ੍ਰਿਤਸਰ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਦੀਵਾਲੀ ਵਾਲੇ ਦਿਨ, ਕਿ ਇਸ ਦਿਨ ਗੁਰੂ ਪਾਤਸ਼ਾਹ ਰਿਹਾ ਹੋ ਕੇ ਗਵਾਲੀਅਰ ਦੇ ਕਿਲੇ ਚੋਂ ਅੰਮ੍ਰਿਤਸਰ ਪਹੁੰਚੇ ਸਨ। ਸੋ ਜਹਾਂਗੀਰ ਦੇ ਸਮੇਂ ਜਦੋਂ ਸਤਿਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਦੇ ਅੰਦਰ ਰੱਖਿਆ ਗਿਆ, ਤਾਂ ਗੁਰੂ ਕੇ ਸਿੱਖਾਂ ਦੇ ਪਿਆਰ ਸਤਿਕਾਰ ਅਤੇ ਰੋਹ ਨੂੰ ਦੇਖਦੇ ਹੋਏ, ਉਹਨਾਂ ਦੀ ਸ਼ਰਧਾ ਨੂੰ ਦੇਖਦੇ ਹੋਏ, ਕੁਝ ਕੁ ਧਾਰਮਿਕ ਪੁਰਸ਼ਾਂ ਵੱਲੋਂ ਪਾਏ ਹੋਏ ਦਬਾਅ ਕਾਰਨ ਅਤੇ ਗੁਰੂ ਪਾਤਸ਼ਾਹ ਦੀ ਆਪਣੇ ਜੀਵਨ, ਆਪਣੇ ਕਿਰਦਾਰ ਨੂੰ ਦੇਖਦੇ ਹੋਏ, ਜੋ ਕਿਲੇ ਦੇ ਅੰਦਰ ਵੀ ਉਹਨਾਂ ਨਾਲ ਜਿੰਨੇ ਵੀ ਰਾਜੇ ਲੋਕੀ ਕੈਦੀ ਸਨ, ਉੱਥੇ ਸਤਸੰਗਤ ਦਾ ਜੋ ਮਾਹੌਲ ਬਣ ਗਿਆ, ਉੱਥੇ ਦਾ ਜੋ ਜੇਲਰ ਜਿਸਨੂੰ ਅਸੀਂ ਕਿਹਾ ਜਾ ਸਕਦਾ ਜਾਂ ਜਿਹੜਾ ਦੇਖ ਰੇਖ ਵਾਸਤੇ ਜੋ ਰੱਖੇ ਹੋਏ ਸਨ, ਉਹਨਾਂ ਵੱਲੋਂ ਦਿੱਤੀ ਗਈ ਰਿਪੋਰਟ ਦੇ ਮੁਤਾਬਕ ਆਖਰ ਜਹਾਂਗੀਰ ਨੂੰ ਗੁਰੂ ਪਾਤਸ਼ਾਹ ਨੂੰ ਰਿਹਾ ਕਰਨਾ ਪਿਆ। ਸੋ ਇਹਦਾ ਹਵਾਲਾ ਜੋ ਹੈ ਮੋਹਸਿਨ ਫਾਨੀ ਨੇ ਆਪਣੀ ਕਿਤਾਬ ਦੇ ਅੰਦਰ ਲਿਖਿਆ ਹੈ, ਆਖਿਰ ਹਜ਼ਰਤ ਜन्नत मकानी अज राय शफकत गुरु रा ਰਿਹਾ ਦਾਤ, ਕਿ ਆਖਰਕਾਰ ਉਸ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਪਾਤਸ਼ਾਹ ਨੂੰ ਰਿਹਾ ਕਰਨਾ ਪਿਆ। ਹੁਣ ਇੱਕ ਪ੍ਰਚਲਿਤ ਜੋ ਸਾਡੇ ਅੰਦਰ ਭੁਲੇਖਾ ਪਾ ਦਿੱਤਾ ਗਿਆ ਕਿ ਗੁਰੂ ਪਾਤਸ਼ਾਹ ਨੂੰ ਜੋ ਸੀ ਦੀਵਾਲੀ ਵਾਲੇ ਦਿਨ ਰਿਹਾ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਦੀਵਾਲੀ ਵਾਲੇ ਦਿਨ ਜਦੋਂ ਨੇ ਰਿਹਾ ਆਉਣ ਤੋਂ ਬਾਅਦ ਅੰਮ੍ਰਿਤਸਰ ਆਏ ਤੇ ਦੀਪਮਾਲਾ ਹੋਈ। ਇਹ ਬਿਲਕੁਲ ਇੱਕ ਭੁਲੇਖਾ ਹੈ ਜੋ ਸਾਡੇ ਕੋਲ ਪੁਰਾਤਨ ਸਰੋਤ ਨੇ ਇਤਿਹਾਸ ਦੇ। ਜਦੋਂ ਉਹਨਾਂ ਵੱਲ ਅਸੀਂ ਝਾਤ ਮਾਰਦੇ ਹਾਂ ਤਾਂ ਇਹ ਗੱਲ ਜ਼ਰੂਰ ਦੱਸੀ ਜਾਂਦੀ ਹੈ ਕੁਝ ਲਿਖਤਾਂ ਦੇ ਅਨੁਸਾਰ ਕਿ ਜਹਾਂਗੀਰ ਨੇ ਦੀਆਂ ਕੁਝ ਰਾਣੀਆਂ ਹਿੰਦੂ ਵੀ ਸਨ ਅਤੇ ਬਹੁਤੇ ਹਿੰਦੂ ਰਾਜੇ ਜੋ ਸਨ ਉੱਥੇ ਕੈਦ ਸਨ, ਜਿਹਦੇ ਕਾਰਨ ਜਦੋਂ ਉਸਨੇ ਉਹਨਾਂ ਨੂੰ ਛੱਡਿਆ ਤੇ ਇੱਕ ਨਿਰਣਾ ਜੋ ਸੀ ਲਿਆ ਗਿਆ ਸੀ ਕਿ ਇਸ ਨੂੰ ਅਕਤੂਬਰ ਦੇ ਮਹੀਨੇ ਦੇ ਅੰਦਰ ਦੀਵਾਲੀ ਦੇ ਲਾਗੇ ਇਹਨਾਂ ਨੂੰ ਛੱਡਿਆ ਜਾਵੇ। ਤੇ ਉਹਨਾਂ ਦਿਨਾਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜਦੋਂ ਰਿਹਾ ਕਰਨ ਦਾ ਯਤਨ ਕੀਤਾ ਗਿਆ, ਸਤਿਗੁਰੂ ਪਾਤਸ਼ਾਹ ਨੇ ਉਹਨਾਂ ਰਾਜਿਆਂ ਨੂੰ ਨਾਲ ਛਡਾਇਆ, ਬੰਦੀ ਛੋੜ ਬਣੇ। ਉਹ ਅਕਤੂਬਰ ਦਾ ਮਹੀਨਾ ਸੀ। ਹੁਣ ਭੱਟਵਈ ਤਲੌਂਡਾ ਪਰਗਨਾ ਜੀਂਦ ਉਸ ਦੇ ਹਵਾਲੇ ਦੇ ਮੁਤਾਬਕ ਜੋ ਪੁਰਾਤਨ ਹਵਾਲਾ ਹੈ, ਆਮ ਜੋ ਲਿਖਤਾਂ ਨੇ ਉਹ ਇੱਕ ਪਾਸੇ ਰਹਿ ਗਈਆਂ, ਜੋ ਪੁਰਾਤਨ ਹਵਾਲਾ ਹੈ ਉਹਦੇ ਮੁਤਾਬਕ ਗੁਰੂ ਹਰਗੋਬਿੰਦ महल छठा बेटा गुरु अर्जन जी का सम्मत 1677 का
माघ प्रविष्टे पहली के द्यों हेर नगरी से चलकर ग्राम गुरु के चक परगना निजर आला आए। अते फिर अगे वो लिखते ने गुरु जी तीजे द्यों गुरु चक से विदा हुए गोविंदवाल में आए बिराजे। कि गुरु पातशाह उथों जदों आए ने अते फिर 3 दिन दरबार साहब अमृतसर रहने तो बाद सतगुरु पातशाह जो ने गोविंदवाल साहब चले गए। हुण इस दे मुताबिक ये जो दिन है 28 फरवरी 1620 इस हवाले के मुताबिक बनता है। मतलब कि गुरु पातशाह जदों अमृतसर पहुंचे ने उदों 28 फरवरी सी ते 1620 का सन सी। गल पक्की है कि रिहाई अक्तूबर के अंदर दिवाली के कोल काल हुई है, लेकिन सतगुरु पातशाह अमृतसर जो ने वो 28 फरवरी 1620 ਨੂੰ पहुंचे। इस दे नाल साडे कोल जो दूजा हवाला है गुरु की साखियां भटवेई दे विच पन्ना 27 ते 28 ਦੇ ਉੱਤੇ ਇਹ ਸਾਨੂੰ ਹਵਾਲਾ ਲੱਭਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੀ ਰਿਹਾਈ ਗਵਾਲੀਅਰ ਦੇ ਕਿਲੇ ਚੋਂ ਕੱਤਕ ਵਦੀ 14 1676 ਬਿਕਰਮੀ 1619 ਈਸਵੀ ਦੇ ਵਿੱਚ ਹੋਈ। ਗੁਰੂ ਜੀ ਉਥੋਂ ਹਰੀ ਰਾਮ ਦਰੋਗਾ ਜੀ ਦੇ ਘਰ ਜੋ ਭਟਵੇਈ ਹਰੀ ਰਾਮ ਦਰੋਗਾ ਜੀ ਲਿਖਦੇ ਹੀ ਹੈ ਤੇ ਬਾਕੀ ਹਵਾਲਿਆਂ ਵਿੱਚ ਕਿਤੇ ਕਿਤੇ ਹਰੀ ਰਾਮ ਦੀ ਥਾਂ ਹਰੀਦਾਸ ਲਿਖਿਆ ਹੈ। ਉਹਨਾਂ ਦੇ ਮੁਤਾਬਕ ਗੁਰੂ ਪਾਤਸ਼ਾਹ ਹਰੀ ਰਾਮ ਦਰੋਗਾ ਜੀ ਦੇ ਘਰ ਗਏ ਤੇ ਉੱਥੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਆਉਣ ਦੇ ਉੱਤੇ ਹਰੀ ਰਾਮ ਦਰੋਗਾ ਜੀ ਨੇ ਖੁਸ਼ੀ ਮਨਾਈ, ਦੀਪਮਾਲਾ ਕੀਤੀ। ਇਹ ਫੱਗਣ 1619 ਵਿੱਚ ਗੁਰੂ ਪਾਤਸ਼ਾਹ ਉੱਥੋਂ ਫਿਰ ਜਦੋਂ ਚਲੇ ਨੇ ਤੇ 1 ਫੱਗਣ 1619 ਗੁਰੂ ਜੀ ਨੌ ਨਿਹਾਲ ਪਰਗਨਾ ਬਟਾਲਾ ਆਏ। ਉੱਥੇ ਗੁਰੂ ਪਾਤਸ਼ਾਹ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਮੋਤਬਰ ਸਿੱਖਾਂ ਨੂੰ ਮਿਲੇ ਤੇ ਫਿਰ ਸਤਿਗੁਰੂ ਪਾਤਸ਼ਾਹ ਇਥੋਂ ਗੁਰੂ ਕੇ ਚੱਕ ਅੰਮ੍ਰਿਤਸਰ ਪੁੱਜੇ। 1 ਮਾਘ 1620 ਈਸਵੀ ਨੂੰ ਪਰਗਨਾ ਨਿਜਰ ਆਲਾ ਤੋਂ ਗੁਰੂ ਪਾਤਸ਼ਾਹ ਗੁਰੂ ਕੇ ਚੱਕ ਅੰਮ੍ਰਿਤਸਰ ਪੁੱਜੇ। 1 ਮਾਘ 1620 ਤਰੀਕ ਜੋ ਹੈ ਦੱਸੀ ਗਈ ਹੈ ਕਿ ਸਤਿਗੁਰੂ ਪਾਤਸ਼ਾਹ ਫਿਰ ਉੱਥੋਂ ਚਲੇ ਨੇ ਤੇ ਆ ਕੇ ਅੰਮ੍ਰਿਤਸਰ ਜੋ ਨੇ ਉਹ ਗੁਰੂ ਕੇ ਚੱਕ ਪਹੁੰਚੇ ਨੇ। ਸੋ ਇਹਦੇ ਮੁਤਾਬਕ ਗੁਰੂ ਪਾਤਸ਼ਾਹ ਨੂੰ ਆਗਰੇ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਣ ਵਿੱਚ ਲਗਭਗ 98 ਦਿਨ ਦਾ ਸਮਾਂ ਦੱਸਿਆ ਗਿਆ ਅਤੇ ਇਹ ਸੱਚਾਈ ਵੀ ਹੈ ਕਿਉਂਕਿ ਆਗਰੇ ਤੋਂ ਚੱਲਣਾ ਤੇ ਗੁਰੂ ਪਾਤਸ਼ਾਹ ਕਾਫੀ ਦੇਰ ਤੋਂ ਜਹਾਂਗੀਰ ਦੀ ਕੈਦ ਦੇ ਅੰਦਰ ਸਨ। ਸਿੱਖਾਂ ਦੇ ਅੰਦਰ ਰੋਸ ਵੀ ਸੀ, ਸਿੱਖਾਂ ਦੇ ਵਿੱਚ ਸ਼ਰਧਾ ਵੀ ਸੀ, ਪਿਆਰ ਵੀ ਸੀ ਤੇ ਗੁਰੂ ਪਾਤਸ਼ਾਹ ਥਾਂ ਥਾਂ ਦੇ ਉੱਤੇ ਗੁਰੂ ਪਾਤਸ਼ਾਹ ਸਿੱਖਾਂ ਨੂੰ ਨਿਹਾਲ ਕਰਦੇ ਹੋਏ, ਸੰਗਤਾਂ ਕਰਦੇ ਹੋਏ, ਉਪਦੇਸ਼ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੋ ਨੇ ਆਗਰੇ ਤੋਂ ਚੱਲ ਕੇ ਦਿੱਲੀ ਤੋਂ ਹੁੰਦੇ ਹੋਏ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਬਟਾਲੇ ਤੋਂ ਅੰਮ੍ਰਿਤਸਰ ਗਏ ਤੇ ਇਹ ਲਗਭਗ 98 ਦਿਨ ਦਾ ਸਮਾਂ ਜੋ ਬਣਦਾ ਹੈ। ਹੁਣ ਦੂਜਾ ਪੱਖ ਜੋ ਵੀਰ ਜੀ ਨੇ ਰੱਖਿਆ ਹੈ ਕਿ ਸਾਡੇ ਜੋ ਗੱਲ ਪਾ ਦਿੱਤਾ ਗਿਆ ਕਿ ਦੀਵਾਲੀ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਅੰਮ੍ਰਿਤਸਰ ਪਹੁੰਚੇ ਨੇ ਤੇ ਉੱਥੇ ਦੀਪਮਾਲਾ ਕੀਤੀ ਗਈ। ਇਹ ਬਾਉਦਾਈ ਕਿਸੇ ਘੱਟ ਗਿਣਤੀ ਨੂੰ ਆਪਣੇ ਵਿੱਚ ਖਪਾਉਣ ਦਾ ਇੱਕ ਤਰੀਕਾ ਹੁੰਦਾ ਹੈ ਕਿ ਜਦੋਂ ਸਾਡੇ ਧਾਰਮਿਕ ਜੋ ਤਿਉਹਾਰ ਨੇ ਉਹ ਵੀ ਆਪਣੇ ਨਾਲ ਰਹਿਣ, ਸਾਡੀ ਧਾਰਮਿਕ ਜੋ ਸੋਚ ਵੀ ਆਪਣੀ ਨਾ ਰਵੇ, ਧਾਰਮਿਕ ਤੀਰਥ ਸਥਾਨਾਂ ਨੂੰ ਵੀ ਸਾਂਝਾ ਬਣਾ ਦਿੱਤਾ ਗਿਆ ਜਾਵੇ, ਰਹਿਣੀ ਬਹਿਣੀ ਬੋਲੀ ਨੂੰ ਵੀ ਇੱਕ ਜਿਹਾ ਕਰ ਦਿੱਤਾ ਜਾਵੇ ਤੇ ਆਪਣੇ ਆਪ ਜੋ ਮਾਈਨੋਰਿਟੀਜ਼ ਹੁੰਦੀਆਂ ਨੇ, ਘੱਟ ਗਿਣਤੀ ਕੌਮਾਂ ਹੁੰਦੀਆਂ ਨੇ, ਉਹ ਵੱਡਿਆਂ ਦੇ ਵਿੱਚ ਖਪ ਜਾਂਦੀਆਂ ਨੇ। ਇਸ ਕਰਕੇ ਬੜੀ ਸੋਚੀ ਸਮਝੀ ਜੋ ਸਾਜ਼ਿਸ਼ ਦੇ ਅਧੀਨ ਇਹ ਜੋ ਦੀਵਾਲੀ ਵਾਲਾ ਜੋ ਇੱਕ ਕਿਸਮ ਦਾ ਤਿਉਹਾਰ ਜੋ ਸੀ ਉਹ ਸਾਡੇ ਗੱਲ ਪਾਉਣ ਦਾ ਯਤਨ ਕੀਤਾ ਗਿਆ, ਜਦੋਂ ਕਿ ਜੋ ਇਸ ਦੇਸ਼ ਦੀ ਬਹੁਤ ਸੰਮਤੀ ਹੈ ਉਹ ਦੀਵਾਲੀ ਨੂੰ ਕਿਸੇ ਵਿਸ਼ੇਸ਼ ਅਵਤਾਰ ਦੇ ਨਾਲ ਜੋੜਦੀ ਹੈ ਜਾਂ ਹੋਰ ਤਰੀਕੇ ਦੇ ਨਾਲ ਜੋੜਦੀ ਹੈ। ਉਹਦੇ ਕਾਰਨ ਇਹਦਾ ਵਪਾਰੀਕਰਨ ਹੋ ਚੁੱਕਿਆ ਹੈ। ਕੋਈ ਭਾਂਡੇ ਵੇਚਣ ਵਾਲਾ ਦੀਵਾਲੀ ਦੇ ਦਿਨ ਨੂੰ ਸਾਹਮਣੇ ਰੱਖ ਕੇ ਭਾਂਡੇ ਵੇਚੀ ਜਾ ਰਿਹਾ ਹੈ, ਇਸ ਦਿਨ ਜੂਆ ਖੇਲਿਆ ਜਾ ਰਿਹਾ ਹੈ, ਇਸ ਦਿਨ ਨਸ਼ੇ ਕੀਤੇ ਜਾ ਰਹੇ ਨੇ, ਇਸ ਦਿਨ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ, ਇਸ ਦਿਨ ਨਵੇਂ ਵਹੀ ਖਾਤੇ ਲਾਏ ਜਾਂਦੇ ਨੇ, ਇਸ ਦਿਨ ਘਰ ਦੇ ਦਰਵਾਜ਼ੇ ਖੁੱਲੇ ਰੱਖੇ ਜਾਂਦੇ ਨੇ ਕਿ ਘਰ ਦੇ ਦਰਵਾਜ਼ੇ ਖੁੱਲੇ ਰੱਖਾਂਗੇ ਤੇ ਲక్ష్ਮੀ ਜੋ ਹੈ, ਮਾਇਆ ਜੋ ਅੰਦਰ ਆਵੇਗੀ, ਇਨਕਮ ਅੰਦਰ ਆਵੇਗੀ। ਸੋ ਇਹ ਸਾਰੀਆਂ ਚੀਜ਼ਾਂ ਜੋ ਨੇ ਇੱਕ ਤਾਂ ਭੁਲੇਖੇ ਪਾਉਣ ਵਾਲੀਆਂ, ਰੱਬ ਦੇ ਨਾਲੋਂ ਤੋੜਨ ਵਾਲੀਆਂ ਤੇ ਫਿਰ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ, ਇੱਕ ਉਹ ਵੀ ਵਪਾਰੀਕਰਨ ਹੋ ਗਿਆ। ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕਰਕੇ ਉਲਟਾ ਜੋ ਹੈ ਪਰਿਆਵਰਨ ਦੇ ਅੰਦਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਜੋ ਨੇ ਇਹ ਗੁਰਮਤ ਦੇ ਵਿਰੁੱਧ ਨੇ ਕਿਉਂਕਿ ਗੁਰਮਤ ਕਿਸੇ ਵੀ ਤਰੀਕੇ ਦੇ ਨਾਲ ਮਨੁੱਖਤਾ ਦੇ ਵਿਰੁੱਧ ਹੋਣ ਵਾਲੇ ਕਿਸੇ ਵੀ ਕਰਮ ਦੀ ਹਾਮੀ ਨਹੀਂ ਭਰਦੀ। ਜਿੱਥੇ ਗਰੀਬਾਂ ਨੂੰ ਲੁੱਟਿਆ ਜਾ ਰਿਹਾ ਹੈ ਤਿਉਹਾਰ ਦੇ ਨਾਂ ਦੇ ਉੱਤੇ, ਜਿੱਥੇ ਆਤਿਸ਼ਬਾਜ਼ੀ ਕਰਕੇ ਅੱਤ ਦਾ ਪੋਲਿਊਸ਼ਨ ਪੈਦਾ ਕੀਤਾ ਜਾ ਰਿਹਾ ਹੈ, ਬਦਕਿਸਮਤੀ ਇਹ ਹੈ ਕਿ ਜਿਸ ਦੇਸ਼ ਦੇ ਅੰਦਰ ਲਗਭਗ 30 ਕਰੋੜ
ਕਰੋੜ ਜੋ ਜਨਸੰਖਿਆ ਰਾਤ ਨੂੰ ਭੁੱਖੀ ਸੌਂਦੀ ਹੋਵੇ, ਉੱਥੇ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਤੇ ਉੱਤੋਂ ਦੀ ਪ੍ਰਦੂਸ਼ਣ ਪੈਦਾ ਕੀਤਾ ਜਾਂਦਾ ਹੈ। ਸੋ ਇਹ ਵਾਹ ਦਾ ਹੀ ਸਾਡੇ ਗੱਲ ਪਾ ਕੇ ਸਾਨੂੰ ਬਹੁਤ ਸੰਮਤੀ ਦਾ ਇੱਕ ਹਿੱਸਾ ਬਣਾਉਣ ਦਾ ਯਤਨ ਹੈ। ਇਹਦੇ ਵਾਸਤੇ ਸਾਡੀ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ, ਇਹਦੇ ਵਾਸਤੇ ਸਾਡੇ ਪ੍ਰਚਾਰਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ, ਇਹਦੇ ਵਾਸਤੇ ਜੋ ਸਾਡੀਆਂ ਕੇਂਦਰੀ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਜਿਸ ਚੀਜ਼ ਦਾ ਸਾਡੇ ਨਾਲ ਲੈਣਾ ਦੇਣਾ ਹੀ ਨਹੀਂ ਤੇ ਫਿਰ ਇਹ ਵਾਹ ਦਾ ਹੀ ਇਧਰ ਸਾਡੇ ਗੱਲ ਪਾਈ ਗਈ। ਅਗਰ ਇਸ ਨੂੰ ਦੂਜੇ ਪਾਸੋਂ ਦੇਖਿਆ ਜਾਵੇ ਤੇ ਗੁਰੂ ਨਾਨਕ ਪਾਤਸ਼ਾਹ ਵੀ ਤਾਂ ਕੈਦ ਹੋਏ ਨੇ, ਬਾਬਰ ਦੀ ਜੇਲ੍ਹ ਵਿੱਚ ਉਹ ਵੀ ਰਹੇ ਨੇ, ਉਹ ਵੀ ਕਿਸੇ ਦਿਨ ਰਿਹਾ ਹੋਏ ਹੋਣਗੇ। ਫਿਰ ਜੇ ਕਿਤੇ ਦੇਖਿਆ ਜਾਵੇ ਗੁਰੂ ਨੌਵੇਂ ਪਾਤਸ਼ਾਹ ਨੂੰ 2 ਵਾਰ ਇਤਿਹਾਸਕ ਹਵਾਲਿਆਂ ਦੇ ਅਨੁਸਾਰ 2 ਵਾਰ ਗ੍ਰਿਫਤਾਰ ਕੀਤਾ ਗਿਆ, ਉਹ ਵੀ ਤਾਂ ਫਿਰ ਪਹਿਲਾਂ ਗ੍ਰਿਫਤਾਰ ਫਿਰ ਰਿਹਾ, ਫਿਰ ਗ੍ਰਿਫਤਾਰ ਫਿਰ ਰਿਹਾ ਹੋਏ ਹੋਣੇ ਤੇ ਫਿਰ ਉਹਨਾਂ ਦਿਨਾਂ ਤੇ ਉੱਤੇ ਕੋਈ ਦੀਪਮਾਲਾ ਨਹੀਂ। ਕੇਵਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜੋੜ ਕੇ ਇਸ ਨੂੰ ਇਹ ਸਾਡੇ ਗੱਲ ਦੇ ਵਿੱਚ ਇੱਕ ਜੋ ਹੈ ਬਾਹਮਣਵਾਦ ਦਾ ਜੁਲਾ ਪਾਉਣ ਦਾ ਯਤਨ ਕੀਤਾ ਗਿਆ ਕਿ ਕਈ ਭੇਖੀ ਸਿੱਖ ਵੀ ਜੋ ਨੇ ਇਸ ਦਿਨ ਦਰਵਾਜ਼ੇ ਰਾਤ ਨੂੰ ਖੁੱਲੇ ਰੱਖਦੇ ਨੇ, ਲక్ష్ਮੀ ਦੀ ਪੂਜਾ ਕਰਦੇ ਨੇ ਕਿ ਦਰਵਾਜ਼ੇ ਖੁੱਲੇ ਰੱਖਿਆ ਲక్ష్ਮੀ ਅੰਦਰ ਆ ਜਾਏਗੀ। ਤੇ ਹਾਲਾਂ ਤੱਕ ਦੇਸ਼ ਦਾ ਕੋੜ, ਦੇਸ਼ ਦੀ ਗਰੀਬੀ ਇਸ ਤਰ੍ਹਾਂ ਕੱਟੀ ਨਹੀਂ ਗਈ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਧਰਮ ਸਿਖਾਇਆ ਸੀ ਭਾਈ ਕਿਰਤ ਕਰਨ ਦੇ ਨਾਲ ਤੂੰ ਜੋ ਹੈ ਤੇਰੀ ਦਲਿਦਰੀ ਕੱਟੀ ਜਾ ਸਕਦੀ ਹੈ, ਤੇਰੀ ਜੋ ਹੈ ਗਰੀਬੀ ਕੱਟੀ ਜਾ ਸਕਦੀ ਹੈ। ਤੇ ਸਾਨੂੰ ਤਾਂ ਸੱਚ ਦੇ ਵਿੱਚ ਨਾਮ ਧਨ ਵਾਲੇ ਪਾਸੇ ਗੁਰਮਤਿ ਨੇ ਜੋੜਿਆ ਹੈ ਕਿ ਇੱਕੋ ਸੱਚਾ ਧਨ ਨਾਮ ਧਨ ਹੈ। ਇਹ ਦੁਨਿਆਵੀ ਧਨ ਜੋ ਨੇ ਇਹ ਆਉਣ ਜਾਣ ਵਾਲੇ ਨੇ। ਜਦੋਂ ਤੂੰ ਪਰਮਾਤਮਾ ਨਾਲ ਜੁੜ ਜਾਏਗਾ, ਨਾਮ ਧਨ ਦੇ ਨਾਲ ਜੁੜ ਜਾਏਗਾ ਤੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਸਾਬ ਰਾਮ ਕੀਲੇ, ਆਪਣੇ ਆਪ ਸਾਰੇ ਸੁਖ ਤੇਰੇ ਪਿੱਛੇ ਦੌੜਨਗੇ। ਸਾਰੀਆਂ ਜੋ ਰਿਧੀਆਂ ਸਿਧੀਆਂ ਜੋ ਕੁਝ ਤੂੰ ਚਾਹੇਗਾ ਜਦੋਂ ਤੂੰ ਨਾਮ ਦੇ ਨਾਲ ਜੁੜ ਜਾਵੇਂਗਾ ਇਹ ਤੇਰੇ ਪਿੱਛੇ ਹੋ ਜਾਣਗੇ। ਇਹ ਦੁਨਿਆਵੀ ਮਾਇਆ ਭਗਤਾਂ ਦੀ ਦਾਸੀ ਬਣ ਜਾਂਦੀ ਹੈ, ਉਹਨਾਂ ਦੇ ਪਿੱਛੇ ਤੁਰਦੀ ਹੈ, ਉਹਨਾਂ ਦੀ ਸੇਵਾ ਕਰਦੀ ਹੈ। ਸੋ ਇੰਨੀਆਂ ਕੋ ਵਿਚਾਰਾਂ ਸਨ, ਬੋਲਦਿਆਂ ਜ਼ਰੂਰ ਵੱਧ ਘੱਟ ਵੀ ਨਿਕਲਿਆ ਹੋਵੇਗਾ। ਕਿਸੇ ਹੋਰ ਗੁਰਮੁਖ ਪਿਆਰੇ ਦੇ ਕੋਲ ਕੋਈ ਹੋਰ ਸਰੋਤ ਤੋਂ ਕੋਈ ਹੋਰ ਜੇ ਕਿਤੇ ਜਾਣਕਾਰੀ ਹੋਵੇ ਉਹ ਜ਼ਰੂਰ ਸ਼ੇਅਰ ਕਰਨ, ਉਹ ਸਾਡੇ ਗਿਆਨ ਵਿੱਚ ਵਾਧਾ ਕਰੇਗੀ। ਬਾਕੀਆਂ ਨੂੰ ਵੀ ਕੋਈ ਹੋਰ ਸਰੋਤ ਤੋਂ ਕੋਈ ਜਾਣਕਾਰੀ ਜ਼ਰੂਰ ਲੱਭ ਸਕਦੀ ਹੈ। ਉਹੀ ਬਾਤ ਕਰਨ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਧੰਨਵਾਦ ਹੈ ਵੀਰ ਮਨਮੋਹਨ ਸਿੰਘ ਜੀ ਨੇ ਇਤਿਹਾਸਕ ਸਰੋਤਾਂ ਦਾ ਰੈਫਰੈਂਸ ਦੇ ਕੇ 3 ਸਰੋਤਾਂ ਦਾ ਸਾਨੂੰ ਦੱਸਿਆ ਵੀ ਗੁਰੂ ਮਹਾਰਾਜ ਕਦ ਰਿਹਾ ਹੋਏ ਤੇ ਕਦ ਪਹੁੰਚੇ। ਤੋ ਉਹਨਾਂ ਨੇ ਕੋਲੋਂ ਗੱਲ ਨਹੀਂ ਕਹੀ, ਇਹ ਸਾਰੇ ਇਤਿਹਾਸਕ ਸਰੋਤ ਬਕਾਇਦਾ ਉਹਨਾਂ ਨੇ ਕੋਟ ਕੀਤੇ ਨੇ, ਉਹਦਾ ਧੰਨਵਾਦ ਹੈ। ਦੂਸਰੀ ਗੱਲ ਜਿਹੜੀ ਵੀਰ ਜੀ ਨੇ ਬੜਾ ਜ਼ੋਰ ਦੇ ਕੇ ਕਹੀ ਹੈ, ਉਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਵਾਕਈ ਅੱਜ ਪੋਲੂਸ਼ਨ ਨਾਲ ਸਾਰਾ ਸੰਸਾਰ ਜੂਝ ਰਿਹਾ। ਪੋਲੂਸ਼ਨ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋ ਰਹੀਆਂ ਨੇ ਔਰ ਅਸੀਂ ਇਹਨੂੰ ਇੱਕ ਖੇਡ ਜੀ ਬਣਾ ਲਈ ਹੈ ਜਿੱਥੇ ਮਾਇਆ ਦਾ ਨੁਕਸਾਨ ਹੈ। ਹਰ ਘਰ ਦੇ ਵਿੱਚ ਤੁਸੀਂ ਦੇਖੋ ਵੀ ਆਪਣਾ ਦੀਵਾਲੀ ਛੱਡ ਕੇ ਹੋਰ ਵੀ ਕਈ ਐਸੇ ਪ੍ਰੋਗਰਾਮ ਹੁੰਦੇ ਨੇ। ਬਹੁਤੇ ਲੋਕ ਕਈ ਵਿਆਹ ਸ਼ਾਦੀਆਂ ਤੇ ਵੀ ਇੰਨੇ ਜ਼ਿਆਦਾ ਪਟਾਕੇ ਛੁਡਾਉਂਦੇ ਨੇ ਜਿਹਦੇ ਨਾਲ ਪੋਲੂਸ਼ਨ ਹੁੰਦਾ ਔਰ ਬਹੁਤ ਸਾਰੀ ਜਿਹੜੀ ਮੈਂ ਤਾਂ ਸਮਝਦਾ ਨੋਟਾਂ ਨੂੰ ਅੱਗ ਲਾਈ ਜਾਂਦੀ ਹੈ। ਤੋ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ। ਹੁਣ ਦੀਵਾਲੀ ਨੇੜੇ ਆਉਣ ਵਾਲੀ ਹੈ, ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਜੇਕਰ ਇਸ ਪੋਲੂਸ਼ਨ ਨਾਲ ਇੰਨੀਆਂ ਬਿਮਾਰੀਆਂ ਫੈਲਦੀਆਂ ਨੇ, ਸਾਹ ਦੀ ਬਿਮਾਰੀ, ਹੋਰ ਕਈ ਤਰ੍ਹਾਂ ਦੀ ਬਿਮਾਰੀਆਂ, ਸਕਿਨ ਦੀਆਂ ਬਿਮਾਰੀਆਂ ਇਸ ਪੋਲੂਸ਼ਨ ਨਾਲ ਹੋ ਰਹੀਆਂ ਨੇ, ਤੇ ਅਸੀਂ ਮਨੁੱਖਤਾ ਦੇ ਭਲੇ ਲਈ ਸੋਚੀਏ। ਮਹਾਰਾਜ ਜੀ ਆਖਿਆ ਤੁਸੀਂ ਧਰਤੀ ਥਾਪ ਰੱਖੀ ਧਰਮਸ਼ਾਲਾ, ਸੋ ਧਰਤੀ ਨੂੰ ਧਰਮਸ਼ਾਲਾ ਹੀ ਰਹਿਣ ਦੇਈਏ। ਇਹਨੂੰ ਆਪਾਂ ਇਹੋ ਜਿਹਾ ਗੰਦ ਦਾ ਢੇਰ ਨਾ ਬਣਾਈਏ। ਤੇ ਸਾਡੇ ਹਰੇਕ ਦਾ ਫਰਜ਼ ਬਣਦਾ ਉਹਦੇ ਚ, ਮਤਲਬ ਇੱਕ ਇੱਕ ਦਾ ਵੀਰ ਭੈਣ ਦਾ ਫਰਜ਼ ਬਣਦਾ ਕਿ ਅਸੀਂ ਜਾਗਰੂਕ ਹੋ ਕੇ ਇਹ ਜਿਹੜੇ ਤਿਉਹਾਰ, ਦੇਖੋ ਤਿਉਹਾਰ ਮਨਾਓ, ਖੁਸ਼ੀ ਮਨਾਓ, ਕੋਈ ਗੱਲ ਨਹੀਂ, ਪਰ ਇਹ ਦੇਖੋ ਕਿ ਉਹਦੇ ਨਾਲ ਬਾਕੀਆਂ ਦਾ ਭਲਾ ਹੋਵੇ। ਇਹ ਨਾ ਹੋਵੇ ਕਿ ਕੋਈ ਦਮੇ ਦਾ ਮਰੀਜ਼ ਹੋਵੇ ਤੇ ਦੀਵਾਲੀ ਵਾਲੇ ਦਿਨ ਉਹ ਵਿਚਾਰੇ ਦਾ ਦਮ ਹੀ ਨਿਕਲ ਜਾਏ। ਇਹ ਨਾ ਹੋਵੇ, ਕਿਉਂਕਿ ਦੀਵਾਲੀ ਵਾਲੇ ਦਿਨ ਆਪਾਂ ਦੇਖਦੇ ਹਾਂ ਬਈ ਇੰਨੀ ਜ਼ਿਆਦਾ ਧੂਆਂ ਹੁੰਦਾ ਹਵਾ ਦੇ ਵਿੱਚ ਕਿ ਸਾਹ ਲੈਣੀ ਜਿਹੜੀ ਬੜਾ ਔਖਾ ਹੋ ਜਾਂਦਾ। ਤੋ ਆਪਾਂ ਆਪੋ ਆਪਣੇ ਸਾਰੇ ਫਰਜ਼ ਪਹਿਚਾਣੀਏ, ਆਪਣੇ ਤੋਂ ਸ਼ੁਰੂ ਕਰੀਏ ਕਿ ਅਸੀਂ ਇਸ ਤਰ੍ਹਾਂ ਦੇ ਮਤਲਬ ਜਿਹੜੇ ਕੰਮ ਨੇ ਪਾਪ ਪੋਲੂਸ਼ਨ ਫੈਲਾਉਣ ਵਾਲੇ ਉਹ ਨਹੀਂ ਕਰਾਂਗੇ। ਔਰ ਇਹ ਕਿਉਂਕਿ ਰਿਵਾਜ ਏਡਾ ਵੱਧ ਗਿਆ ਕਿ ਬਹੁਤ ਸਾਰੇ ਗੁਰਦੁਆਰਿਆਂ 'ਚ ਜਿਹੜੇ ਬਾਕੀ ਗੁਰਪੁਰਬ ਵੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਪਟਾਕੇ ਛੜਾਏ ਜਾਂਦੇ ਨੇ। ਪਹਿਲੀ ਗੱਲ ਤੇ ਹੈ ਵੀ ਨੌਜਵਾਨ ਵੈਸੇ ਹੀ ਗੁਰਦੁਆਰੇ 'ਚ ਘੱਟ ਆਉਂਦੇ ਨੇ। ਮੈਂ ਕਈ ਵਾਰੀ ਆਉਂਦੇ ਹੀ ਨਹੀਂ, ਜਿਹੜੇ ਆਉਂਦੇ ਵੀ ਨੇ ਥੋੜੇ ਬਹੁਤੇ ਉਹ ਬਾਹਰ ਪਟਾਕੇ ਚਲਾਉਣ 'ਚ ਬਿਜ਼ੀ ਹੁੰਦੇ ਨੇ। ਦੱਸੋ ਉਹਦੇ 'ਚ ਕੀ ਗੁਰਮਤ ਫੈਲ ਰਹੀ ਹੈ ਜਾਂ ਉਹਨਾਂ ਨੂੰ ਕੀ ਪ੍ਰਾਪਤੀ ਹੋ ਰਹੀ ਹੈ। ਇਸ ਕਰਕੇ ਸਾਰੇ ਪ੍ਰਬੰਧਕਾਂ ਨੂੰ ਵੀ ਆਪਾਂ ਬੇਨਤੀ ਕਰੀਏ ਆਪੋ ਆਪਣੇ ਇਲਾਕਿਆਂ ਦੇ ਵਿੱਚ ਕਿ ਕਿਰਪਾ ਕਰਕੇ ਜਿਹੜੀ ਖੁਸ਼ੀ ਮਨਾਣੀ ਹੈ ਨਾ ਗੁਰੂ ਜੀ ਦੀ ਖੁਸ਼ੀ ਲੈਣ ਲਈ ਗੁਰਬਾਣੀ ਨੂੰ ਸਮਝ ਕੇ ਆਪਣਾ ਜੀਵਨ ਉੱਚਾ ਕਰੋ। ਗੁਰੂ ਸਾਹਿਬ ਖੁਸ਼ ਹੋਣਗੇ। ਪਟਾਕਿਆਂ ਨਾਲ ਮੈਨੂੰ ਨਹੀਂ ਲੱਗਦਾ ਵੀ ਕੋਈ ਗੁਰੂ ਸਾਹਿਬਾਨ ਜਿਹੜੇ ਖੁਸ਼ ਹੁੰਦੇ ਹੋ। ਤੋ ਕਿਰਪਾ ਕਰਕੇ ਧਿਆਨ ਦੇਣਾ, ਮੈਨੂੰ ਖਿਮਾ ਕਰਨਾ। ਮੈਂ ਆਪ ਜੀ ਦਾ ਸਮਾਂ ਲੈ ਰਿਹਾ ਵੀਰ
ਡਾਕਟਰ ਜਗਜੀਤ ਸਿੰਘ ਜੀ ਨੇ ਇੱਕ ਸੁਝਾਅ ਪੁੱਛਿਆ ਕਿ SGPC ਕਿਉਂ ਮਨਾਉਂਦੀ ਹੈ। ਤੋ ਡਾਕਟਰ ਸਾਹਿਬ ਮੈਂ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਜਵਾਬ ਸਾਡੇ ਕੋਲ ਨਹੀਂ ਹੈ, ਔਰ ਸਤਿਗੁਰੂ ਕਿਰਪਾ ਕਰਨ ਕਿ ਸਾਡੇ ਸਾਰੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਇਨਕਲੂਡਿੰਗ SGPC, ਉਹ ਸਤਿਗੁਰੂ ਕਿਰਪਾ ਕਰਨ ਕਿ ਸਾਰੀਆਂ ਗੱਲਾਂ ਜਿਹੜੀਆਂ ਨੇ ਗੁਰਮਤਿ ਅਨੁਸਾਰ ਕਰਨ। ਆਪਾਂ ਤੇ ਅਰਦਾਸ ਹੀ ਕਰ ਸਕਦੇ ਹਾਂ। ਤੋ ਇੱਕ ਹੋਰ TP ਸਿੰਘ ਜੀ ਨੇ ਕਿਹਾ ਕਿ ਜਿਹੜੀ 62 ਰਾਗਾਂ ਦੀ ਸੂਚੀ ਹੈ ਉਹ ਗਰੁੱਪ ਵਿੱਚ ਪਾ ਦਿਓ। ਮੈਂ ਵੀਰ MP ਸਿੰਘ ਨੂੰ ਬੇਨਤੀ ਕਰਾਂਗਾ ਵੀ 62 ਰਾਗਾਂ ਦੀ ਸੂਚੀ ਜਿਹੜੀ ਹੈ ਉਹ ਕਿਰਪਾ ਕਰਕੇ ਗਰੁੱਪ ਵਿੱਚ ਪਾ ਦੇਣੀ। ਧੰਨਵਾਦ। ਤੋ ਸਾਧ ਸੰਗਤ ਜੀ, ਆਓ ਜਿਹੜਾ ਅਗਲਾ ਸਵਾਲ ਹੈ, ਸਵਾਲ ਤਾਂ ਸਾਡੇ ਕੋਲ ਹੈਗੇ ਨੇ ਅਜੇ ਹੋਰ 2, ਪਰ ਖਿਮਾ ਕਰਨਾ ਸਮਾਂ ਸਾਡੇ ਕੋਲ ਬੜਾ ਘੱਟ ਹੈ। ਤੇ ਸ਼ਨੀਚਰਵਾਰ ਨੂੰ ਸਲਾਈਡ ਸ਼ੋਅ ਤੇ ਵੀਰ MP ਸਿੰਘ ਜੀ ਨੇ ਭਗਤ ਜੈਦੇਵ ਜੀ ਦਾ ਜਿਹੜਾ ਸ਼ਬਦ ਹੈ ਉਹ ਬੜੇ ਸੁੰਦਰ ਤਰੀਕੇ ਨਾਲ ਐਕਸਪਲੇਨ ਕੀਤਾ ਸੀ, ਕਿਉਂਕਿ ਸ਼ਬਦ ਬੜਾ ਜਿਹੜਾ ਉਹ ਔਖਾ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਵੀਰ ਜੀ ਨੇ ਬਕਾਇਦਾ ਸੰਧੀ ਛੇਦ ਕਰਕੇ ਕੱਲਾ ਕੱਲਾ ਸ਼ਬਦ ਔਰ ਉਹਦੇ ਅਰਥ ਸਾਨੂੰ ਸਮਝਾਏ ਨੇ। ਬੜਾ ਕੁਝ ਸਾਨੂੰ ਚ ਪ੍ਰਾਪਤ ਹੋਇਆ, ਪਰ ਕਿਉਂਕਿ ਸ਼ਬਦ ਜਿਹੜਾ ਹੈ ਉਹ ਥੋੜਾ ਜਿਹਾ ਹੋਰ ਵਿਸਥਾਰ ਕਰਨ ਲਈ, ਤਾਂ ਜੇ ਰੈਪੀਟੇਸ਼ਨ ਨਾਲ ਸਾਨੂੰ ਜਿਹੜੇ ਕੋਈ ਕਨਫਿਊਜ਼ਨ ਰਹਿ ਗਏ ਨੇ ਉਹ ਵੀ ਨਿਕਲ ਜਾਣ। ਤੋ ਇਸ ਲਈ ਅਸੀਂ ਬੇਨਤੀ ਕੀਤੀ ਹੈ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਉਸੇ ਸ਼ਬਦ ਦੀ ਤੁਸੀਂ ਦੁਬਾਰਾ ਵਿਆਖਿਆ ਕਰ ਦਿਓ। MPC ਨੇ ਵਿਆਖਿਆ ਕੀਤੀ ਉਸ ਦਿਨ, ਬੜਾ ਸੁੰਦਰ, ਬੜਾ ਕੁਝ, ਮਤਲਬ ਮੈਂ ਆਪ ਇਸ ਸ਼ਬਦ ਨੂੰ ਜਦ ਵੀ ਸਹਿਜ ਪਾਠ ਹੁੰਦਾ ਸੀ ਇਸ ਸ਼ਬਦ ਤੇ ਆ ਕੇ ਅੜ ਜਾਂਦੇ ਸਨ, ਪਰ ਜਿਸ ਤਰ੍ਹਾਂ ਵੀਰ ਜੀ ਨੇ MP ਸਿੰਘ ਜੀ ਨੇ ਸੰਧੀ ਛੇਦ ਕਰਕੇ ਸਮਝਾਇਆ ਉਹ ਗੱਲਾਂ ਕਲੀਅਰ ਹੋ ਗਈਆਂ। ਤੋ ਆਓ, ਕਿਉਂਕਿ ਸ਼ਬਦ ਔਖਾ ਇਸ ਕਰਕੇ ਜਿੰਨੀ ਵਾਰੀ ਵੀ ਕੀਤਾ ਜਾਏ ਥੋੜਾ। ਤੋ ਮੈਂ ਬੇਨਤੀ ਕਰ ਰਿਹਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਉਹ ਜਿਹੜਾ ਬਾਕੀ ਸਮਾਂ ਉਹਦੇ ਸਾਨੂੰ ਇਸ ਸ਼ਬਦ ਬਾਰੇ ਦੱਸਣ ਜੀ। ਗਿਆਨੀ ਅੰਮ੍ਰਿਤਪਾਲ ਸਿੰਘ। ਅਨਮਿਊਟ ਹੋ ਗਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਜੈਦੇਵ ਜੀ ਦਾ ਸ਼ਬਦ ਹੈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ 526 ਦੇ ਉੱਤੇ ਹੈ, 526 ਦੇ ਉੱਤੇ। ਤੇ ਜੇ ਤੁਸੀਂ ਥੋੜਾ ਜਿਹਾ ਸ਼ਬਦ ਮੇਰੇ ਸਾਹਮਣੇ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਹੈ। MP ਸਿੰਘ ਜੀ ਦੇਖੋ ਜੇ ਹੋ ਸਕਦਾ ਤੇ ਡਿਸਪਲੇ ਕਰ ਦਿਓ। ਇਸ ਸ਼ਬਦ ਦੇ ਉਚਾਰਨ ਵਾਸਤੇ ਮੈਂ ਥੋੜੀ ਜਿਹੀ ਬੇਨਤੀ ਉਸ ਦਿਨ ਕੀਤੀ ਸੀ। ਅਰਥ ਵੈਸੇ ਬੜੇ ਸੁੰਦਰ ਗੁਰਮੁਖ ਪਿਆਰਿਆਂ ਨੇ ਕੀਤੇ ਹਨ, ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥਾਂ ਦੇ ਮੁਤਾਬਕ ਕੀਤੇ ਨੇ, ਜਿਹੜੇ ਕਾਫੀ ਸਾਰੇ ਦਰੁਸਤ ਹਨ। ਉਹਨਾਂ ਦੇ ਉੱਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪ੍ਰੋਫੈਸਰ ਸਾਹਿਬ ਆਪ ਸੰਸਕ੍ਰਿਤ ਦੇ ਵਿਦਵਾਨ ਸਨ। ਤੇ ਮਸਲਾ ਸਿਰਫ ਥੋੜਾ ਜਿਹਾ ਉਚਾਰਨ ਦਾ ਹੈ, ਤੇ ਬਾਕੀ ਅਰਥਾਂ ਦੀ ਗੱਲ ਜਿਹੜੀ ਹੈ ਉਹ ਆਪਾਂ ਮੇਰਾ ਖਿਆਲ ਅਗਲੇ ਟਾਈਮ ਵਿੱਚ ਕਰ ਲਵਾਂਗੇ, ਕਿਉਂਕਿ ਅਰਥ ਲਈ ਥੋੜਾ ਜ਼ਿਆਦਾ ਟਾਈਮ ਚਾਹੀਦਾ ਹੈ ਉਹਦੀ ਵਿਆਖਿਆ ਕਰਨ ਦੇ ਵਾਸਤੇ। ਤੋ ਅੱਜ ਮੈਂ ਤੁਹਾਨੂੰ ਜਿੱਦਾਂ ਵਿੱਚ ਤੋਂ ਜਿਹੜੇ ਉਚਾਰਨ ਹਨ ਉਹਨਾਂ ਦੇ ਬਾਰੇ ਹੀ ਵਿਚਾਰ ਸਾਂਝੀ ਕਰਾਂਗਾ। ਭਗਤ ਜੈਦੇਵ ਜੀ ਦਾ ਇਹ ਪਾਵਨੀ ਸ਼ਬਦ ਹੈ ਔਰ ਗੁਜਰੀ ਰਾਗ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ, ਕਿਉਂਕਿ ਭਗਤ ਜੀ ਆਪ ਸੰਸਕ੍ਰਿਤ ਔਰ ਪ੍ਰਕਿਰਤਿਕ ਭਾਸ਼ਾ ਦੇ ਬੜੇ ਗਿਆਤੇ ਸਨ ਔਰ ਜਾਣਕਾਰ ਸਨ, ਕਿਉਂਕਿ ਬ੍ਰਾਹਮਣ ਕੁਲ ਦੇ ਵਿੱਚੋਂ ਆਏ ਸਨ। ਇਸ ਕਰਕੇ ਉਹਨਾਂ ਦਾ ਪੂਰਨ ਕੰਟਰੋਲ ਸੰਸਕ੍ਰਿਤ ਦੇ ਉੱਤੇ ਵੀ ਸੀ ਤੇ ਪ੍ਰਾਕ੍ਰਿਤਿਕ ਭਾਸ਼ਾ ਦੇ ਉੱਤੇ ਵੀ ਸੀ। ਫਿਰ ਕੇਵਲ ਭਾਸ਼ਾ ਦਾ ਗਿਆਨ ਹੀ ਨਹੀਂ ਸੀ, ਬਲਕਿ ਉਹ ਰਾਗ ਵਿਦਿਆ ਦੇ ਵੀ ਆਪਣੇ ਜ਼ਮਾਨੇ ਦੇ ਪੂਰੇ ਜਾਣਕਾਰ ਹੈ ਸਨ। ਭਾਈ ਸਾਹਿਬ ਭਾਈ ਕਾਹਨ ਸਿੰਘ ਹੋਣਾ ਨੇ ਉਹਨਾਂ ਦੇ ਬਾਰੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕੁਛ ਵੀ ਉਹ ਆਪ ਉਚਾਰਨ ਕਰਦੇ ਸਨ ਉਹਨੂੰ ਗਾਇਨ ਕਰਕੇ ਵੀ
ਆਪਣੀ ਸੰਗਤ ਦੇ ਵਿੱਚ ਸੁਣਾਇਆ ਕਰਦੇ ਸਨ ਔਰ ਪ੍ਰਚਾਰ ਕਰਿਆ ਕਰਦੇ ਸਨ। ਔਰ ਗਾਇਨ ਸ਼ੈਲੀ ਦੇ ਵਿੱਚ, ਗਾਇਨ ਕਰਨ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਨਾਲ, ਜਿਹਦਾ ਨਾਮ ਪਦਮਾਵਤੀ ਲਿਖਿਆ ਹੋਇਆ ਭਾਈ ਸਾਹਿਬ ਜੀ ਨੇ, ਉਹਨਾਂ ਦੇ ਨਾਲ ਹੋਇਆ ਕਰਦੇ ਸਨ। ਕਿਉਂਕਿ ਇਹ ਬੰਗਾਲ ਦੇ ਜੰਮਪਲ ਸਨ ਔਰ ਬੰਗਾਲ ਦੇ ਵਿੱਚ ਅੱਜ ਵੀ ਰਾਗ ਦਾ ਘਰ ਮੰਨਿਆ ਜਾਂਦਾ ਹੈ ਬੰਗਾਲ ਨੂੰ। ਉੱਥੇ ਅੱਜ ਵੀ ਰਾਗ ਨੂੰ ਜਾਣਨ ਵਾਲੇ ਆਮ ਤੌਰ ਤੇ ਬਹੁਤ ਸਾਰੇ ਪ੍ਰੇਮੀ ਜਿਹੜੇ ਹਨ ਉਹ ਤੁਹਾਨੂੰ ਮਿਲ ਜਾਣਗੇ। ਔਰ ਵੱਡੇ ਵੱਡੇ ਧਨੰਤਰ ਉਹਨਾਂ ਦੇ ਵਿੱਚ ਗਵੀਏ ਲੋਕ ਹੋਏ ਹਨ। ਇਸ ਕਰਕੇ ਭਗਤ ਜੈ ਦੇਵ ਜੀ ਜਿਹੜੇ ਸਨ ਉਸ ਵੇਲੇ ਵੀ ਰਾਗ ਦੀ ਪੂਰੀ ਸੋਝੀ ਰੱਖਦੇ ਸਨ। ਇਸ ਕਰਕੇ ਜਦੋਂ ਅਸੀਂ ਇਸ ਸ਼ਬਦ ਦੇ ਹੈਡਿੰਗ ਨੂੰ ਦੇਖਦੇ ਹਾਂ ਤਾਂ ਹੈਡਿੰਗ ਆਇਆ ਗੁਜਰੀ ਸ਼੍ਰੀ ਜੈਦੇਵ ਜੀਓ ਕਾ ਪਦਾ, ਅੱਗੇ ਆਇਆ ਹੈ ਘਰ ਚੌਥਾ। ਹੁਣ ਘਰ ਚੌਥਾ ਦਾ ਮਤਲਬ ਜਿਹੜਾ ਹੈ, ਉਹਦਾ ਮਤਲਬ ਹੈ ਕਿ ਇਹ ਜਿਹੜਾ ਸ਼ਬਦ ਹੈ ਇਹ 4 ਤਾਲ ਦੇ ਵਿੱਚ ਗਾਇਆ ਜਾਣ ਵਾਲਾ ਹੈ। 4 ਤਾਲ ਦੇ ਵਿੱਚ, 4 ਤਾਲ ਧਰੁਪਦ ਤਾਲ ਹੁੰਦਾ ਹੈ, ਜਿਹੜਾ ਕਿ ਗਾਣਾ ਵਜਾਉਣਾ ਕਾਫੀ ਔਖਾ ਹੁੰਦਾ ਹੈ। ਉਹ ਧਰੁਪਦ ਜਿਹੜਾ ਹੈ ਔਰ ਤਾਲ ਜਿਹੜਾ ਹੈ ਉਹ ਤਬਲੇ ਦੇ ਨਾਲ ਸੰਬੰਧ ਰੱਖਦਾ ਹੈ ਜਾਂ ਮ੍ਰਿਦੰਗ ਦੇ ਨਾਲ ਸੰਬੰਧ ਰੱਖਦਾ ਹੈ। ਇਸ ਕਰਕੇ ਜਦੋਂ ਅਸੀਂ ਇਸ ਦੀਆਂ 12 ਮਾਤਰਾ ਦਾ ਤਾਲ ਹੁੰਦਾ ਹੈ, ਜਦੋਂ ਕੋਈ ਗੁਰਸਿੱਖ ਗਾਇਨ ਕਰਦਾ ਹੈ ਇਹਨੂੰ 4 ਤਾਲ ਦੇ ਵਿੱਚ, ਉਸ ਵੇਲੇ ਉਹ ਮਾਤਰਾ ਇਨ ਬਿਨ ਇਸ ਸਾਰੇ ਸ਼ਬਦ ਦੇ ਉੱਤੇ ਪੂਰੀਆਂ ਢੁੱਕ ਜਾਂਦੀਆਂ ਨੇ। ਤੋ ਇੰਨੀ ਬੇਨਤੀ ਕਰਨੀ ਸੀ ਵੀ ਉਹ ਰਾਗ ਦੇ ਵੀ ਧਨੀ ਸਨ, ਜਿਸ ਕਰਕੇ ਸ਼ਬਦ ਦੇ ਉੱਤੇ ਹੀ ਜਿਹੜਾ ਤਾਲ ਚੌਥੇ ਘਰ ਦਾ ਸੰਕੇਤ ਆਇਆ ਹੈ ਉਹ ਤਾਲ ਨਾਲ ਸੰਬੰਧਿਤ ਹੈ। 12 ਮਾਤਰ ਦਾ ਤਾਲ ਜਿਹਨੂੰ 4 ਤਾਲ ਕਿਹਾ ਜਾਂਦਾ ਹੈ। ਹੁਣ ਅੱਗੇ ਆਪਾਂ ਸ਼ਬਦ ਦਾ ਉਚਾਰਨ ਜਿਹੜਾ ਹੈ ਉਹਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਮੈਂ ਉਚਾਰਨ ਕਰਕੇ ਹੀ ਦੱਸਾਂਗਾ। ਜਿੱਥੇ ਜਿੱਥੇ ਵਿੱਚ ਕੋਈ ਸ਼ਬਦ ਔਖਿਆਈ ਵਾਲਾ ਜਾਂ ਕਲੀਅਰ ਕਰਨ ਵਾਲਾ ਮੇਰੀ ਨਜ਼ਰ ਵਿੱਚ ਆਇਆ ਤੇ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਲਵਾਂਗਾ। ਸੋ ਸ਼ਬਦ ਦਾ ਉਚਾਰਨ ਹੈ ਪ੍ਰਮਾਦ ਪੁਰਖ ਮਨੋਪਿੰ ਸਪਿਆਦ ਭਾਵ ਰਤਨ। ਕਿਉਂਕਿ ਅਸੀਂ ਪੰਜਾਬੀ ਪੜ੍ਹਨ ਵਾਲੇ ਲੋਕ ਹਾਂ, ਗੁਰਮੁਖੀ ਪੜ੍ਹਨ ਵਾਲੇ ਲੋਕ ਹਾਂ, ਸਾਡੇ ਵਿੱਚ ਇਹਦਾ ਉਚਾਰਨ ਜਿਹੜਾ ਐਸੇ ਸ਼ਬਦਾਂ ਦਾ ਜਿਹੜੇ ਸੰਸਕ੍ਰਿਤ ਨਾਲ ਸੰਬੰਧ ਰੱਖਦੇ ਹਨ ਜਾਂ ਪ੍ਰਾਕ੍ਰਿਤਿਕ ਭਾਸ਼ਾ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੇ ਵਿੱਚ ਇਹ ਭੱਬੇ ਆਦਿਕ ਜਿਹੜੇ 4-5 ਸ਼ਬਦ ਨੇ ਸਾਡੀ 35 ਦੇ, ਉਹਨਾਂ ਦਾ ਉਚਾਰਨ ਪਾਠੀ ਜਾਂ ਰਾਗੀ ਸਿੰਘ ਉਹ ਦਰੁਸਤ ਨਹੀਂ ਕਰ ਰਹੇ। ਜਿਸ ਕਰਕੇ ਇਹਦਾ ਅਸਲ ਰੂਪ ਜਿਹੜਾ ਹੈ ਉਹ ਸਾਹਮਣੇ ਨਹੀਂ ਆਉਂਦਾ ਤੇ ਉਹਦੇ ਵਿੱਚ ਉਕਾਈ ਰਹਿ ਜਾਂਦੀ ਹੈ। ਬਸ ਉਹਨੂੰ ਸੋਧਣ ਦੇ ਵਾਸਤੇ ਹੀ ਆਪਾਂ ਕੋਸ਼ਿਸ਼ ਕਰਨੀ। ਪ੍ਰਮਾਦ ਪੁਰਖ ਮਨੋਪਿਮੰ ਸਪਿਆਦ ਭਾਵ ਰਤਨ। ਭਾਵ ਨਹੀਂ ਇਹਨੂੰ ਕਿਹਾ ਜਾ ਸਕਦਾ, ਭਾ ਬੋਲਿਆ ਜਾਣਾ ਹੈ, ਕਿਉਂਕਿ ਸੰਸਕ੍ਰਿਤ ਦੇ ਵਿੱਚ ਭੱਬੇ ਨੂੰ ਭਾ ਬੋਲਿਆ ਜਾਂਦਾ ਹੈ, ਹਿੰਦੀ ਦੇ ਵਿੱਚ ਵੀ ਭਾ ਬੋਲਿਆ ਜਾਂਦਾ ਹੈ। ਫਿਰ ਪਰਮਅਦਭੁਤੰ, ਹਾਂਜੀ ਇਹ ਸਾਹਮਣੇ ਸ਼ਬਦ ਆ ਗਿਆ, ਬਹੁਤ ਮਿਹਰਬਾਨੀ। ਪ੍ਰਮਾਦ ਪੁਰਖ ਮਨੋਪਿਮੰ ਸਪਿਆਦ ਭਾਵ ਰਤੰ ਪਰਮਅਦਭੁਤੰ ਪ੍ਰਕ੍ਰਿਤ ਪਰੰ ਜਦ ਚਿੰਤ ਸਰਬਗਤੰ। ਤੋ ਇਹ ਆਪ ਜੀ ਨੂੰ ਬਿਲਕੁਲ ਸਪਸ਼ਟ ਤੌਰ ਤੇ ਜੋ ਕੁਛ ਮੈਂ ਉਚਾਰਨ ਕਰ ਰਿਹਾ ਹਾਂ ਉਹ ਸੁਣਾਈ ਦੇ ਰਿਹਾ ਹੋਏਗਾ। ਭੁਤੰ, ਭੁਤੰਗ ਨਹੀਂ ਇਹਨੂੰ ਕਿਹਾ ਜਾ ਸਕਦਾ। ਜਦ ਚਿੰਤ ਸਰਬਗਤੰ, ਇਹ ਜਿਹੜੇ ਗੱਦੇ ਦੀ ਸਿਆਰੀ ਹੈ ਇਹ ਯਈਏ ਦੀ ਥਾਂ ਲੱਗੀ ਹੋਈ ਹੈ ਜਦ, ਕਿਉਂਕਿ ਅਗਲੇ ਪਾਸੇ ਜਿਹੜਾ ਚਿੰਤ ਸ਼ਬਦ ਹੈ, ਜੇ ਅਸੀਂ ਇਹਨੂੰ ਜਦ ਚਿੰਤ ਕਰਾਂਗੇ ਤਾਂ ਇਹਦਾ ਅਰਥ ਸਪਸ਼ਟ ਨਹੀਂ ਹੋਏਗਾ। ਜਦੋਂ ਇਹਨੂੰ ਪੜਾਂਗੇ ਜਦ ਅਚਿੰਤ, ਜਦ ਅਚਿੰਤ, ਉਹਦੇ ਵਿੱਚ ਐੜਾ ਆਪਣੇ ਆਪ ਹੀ ਸਾਹਮਣੇ ਆ ਜਾਏਗਾ। ਜੋ ਮਨੁੱਖ ਦੀ ਚੇਤਨਤਾ ਤੋਂ ਪਰੇ ਹੈ ਤਾਂ ਇਹਦਾ ਅਰਥ ਇਸ ਤਰ੍ਹਾਂ ਬਣੇਗਾ ਜਦੋਂ ਇਹਨੂੰ ਇਸ ਤਰ੍ਹਾਂ ਪੜਾਂਗੇ, ਜਦ ਚਿੰਤ ਸਰਬਗਤੰ
ਸਰਵ ਵਿਆਪਕ ਹੈ, ਸਾਰਿਆਂ ਥਾਵਾਂ ਤੇ ਮੌਜੂਦ ਹੈ। ਤੋ ਇਹਦਾ ਉਚਾਰਨ ਜਿਹੜਾ ਹੈ ਜਦ ਚਿੰਤ ਨਹੀਂ ਕਰਨਾ, ਜਦ ਅਚਿੰਤ ਯਈਆ ਜਿਹੜਾ ਹੈ, ਜਿਸ ਤਰ੍ਹਾਂ ਜਦੋਂ ਸੱਤ ਸ਼ਬਦ ਜਿਹੜਾ ਸੱਸੇ ਪੱਤੇ ਨੂੰ ਤਿਆਰੀ ਲੱਗੀ ਹੋਈ ਹੈ ਸਿਆਰੀ, ਤੇ ਜਿਹੜੇ ਸੰਸਕ੍ਰਿਤ ਬੋਲਣ ਵਾਲੇ ਨੇ, ਹਿੰਦੀ ਬੋਲਣ ਵਾਲੇ ਨੇ, ਉਹ ਹਮੇਸ਼ਾ ਹੀ ਇਸ ਸਿਆਰੀ ਨੂੰ ਯਈਏ ਦੀ ਤਰ੍ਹਾਂ ਉਚਾਰਨ ਕਰਦੇ। ਸੱਤ ਸੱਤ ਇਸ ਤਰ੍ਹਾਂ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਜਦ ਸ਼ਬਦ ਹੈ ਨਾ, ਉਹਨੂੰ ਵੀ ਉਸੇ ਤਰ੍ਹਾਂ ਹੀ ਉਚਾਰਨ ਕਰਕੇ ਇਹਦਾ ਅਸਲ ਰੂਪ ਔਰ ਸਾਰਥਿਕ ਰੂਪ ਸਾਡੇ ਸਾਹਮਣੇ ਆ ਜਾਏਗਾ। ਆਪਣੇ ਪ੍ਰੋਫੈਸਰ ਸਾਹਿਬ ਜੀ ਨੇ ਵੀ ਜਦ ਅਚਿੰਤ ਕੀਤਾ ਹੋਇਆ, ਕਿਹੜਾ ਉਹਦੇ ਵਿੱਚ ਵਰਤਿਆ ਜਦ ਅਚਿੰਤ, ਤੇ ਉਹ ਤਾਂ ਬਣੇਗਾ ਜਦੋਂ ਦੱਦੇ ਦੀ ਸਿਆਰੀ ਦਾ ਥੋੜਾ ਜਿਹਾ ਉਚਾਰਨ ਕੀਤਾ ਜਾਏਗਾ ਔਰ ਯਈਏ ਦੀ ਥਾਂ ਇਹਨੂੰ ਇਸਤੇਮਾਲ ਕੀਤਾ ਜਾਏਗਾ। ਅਗਲਾ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰ। ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਬਦ ਦਾ ਅਰਥ ਕਹਿਣਾ ਹੀ ਹੈ। ਬੋਲ ਤੂੰ ਹੈ ਮਨੁੱਖ ਜੋ ਅੰਮ੍ਰਿਤਮय ਹੈ, ਅੰਮ੍ਰਿਤ ਦੀ ਤਰ੍ਹਾਂ ਹੈ, ਅੰਮ੍ਰਿਤ ਸਰੂਪ ਹੈ। ਔਰ ਤਤਮਯੰ ਅੰਮ੍ਰਿਤਮय, ਇਹ ਜਿਹੜਾ ਮਯੰ ਸ਼ਬਦ ਹੈ ਇਹ ਮੰਮਾ ਯਈਆ ਮੈਂ ਸ਼ਬਦ ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਆ। ਇਹਦਾ ਮਤਲਬ ਹੈ ਅੰਮ੍ਰਿਤਮਈ ਹੈ, ਉਹਨੂੰ ਆਪਾਂ ਇਦਾਂ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਤਤ ਅਸਲੀਅਤਮਈ ਹੈ, ਅਸਲੀ ਸ਼ਬਦ ਹੈ, ਅਸਲੀਅਤਮਈ ਹੈ ਔਰ ਅੰਮ੍ਰਿਤਮਈ ਹੈ। ਐਸੇ ਗੁਣਾਂ ਵਾਲੇ ਸ਼੍ਰੀ ਪਰਮੇਸ਼ਰ ਦਾ ਉਚਾਰਨ ਕਰ। ਇੱਥੋਂ ਤੱਕ ਜਿਹੜੇ ਥੋੜੇ ਜਿਹੇ ਸ਼ਬਦ ਸਾਹਮਣੇ ਆਏ ਹੈ ਉਹ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ। ਅੱਗੇ ਹੈਗਾ ਨਾ ਦਨੋਤ ਜਸ ਸਮਰਣੇਨ। ਇਹ ਜਿੱਜਾ ਥੋੜਾ ਜਿਹਾ ਅਲੱਗ ਕਰਕੇ ਬੋਲਣਾ ਹੈ। ਅਗਲੇ ਜਿਹੜੇ ਸ਼ਬਦ ਹਨ, ਅਗਲੇ ਅੱਖਰ ਜਿਹੜੇ ਹਨ, 5 ਅੱਖਰ ਨੇ, ਇੱਕ ਲਾਂ ਹੈ, ਉਹਨਾਂ ਨੂੰ ਇਕੱਠਿਆਂ ਬੋਲਣਾ। ਇਹਦਾ ਅਰਥ ਜੋ ਹੀ ਹੈ, ਜਿਹਦੇ ਸਿਮਰਨ ਨਾਲ, ਜਿਹਦੇ ਸਿਮਰਨ ਕਰਨੇ ਕਰਕੇ ਜਸ ਸਮਰਣੇਨ। ਭਾਵੇਂ ਪ੍ਰੋਫੈਸਰ ਸਾਹਿਬ ਜੀ ਨੇ ਜਸ ਸਮਰਣ ਕੀਤਾ ਹੈ, ਪਰ ਜਿਹੜਾ ਪੁਰਾਤਨ ਗਿਆਨੀ ਪੜ੍ਹਾਉਂਦੇ ਸਨ ਉਹਦੇ ਵਿੱਚ ਜੱਜੇ ਨੂੰ ਥੋੜਾ ਜਿਹਾ ਅਲੱਗ ਕਰਕੇ ਸਮਰਨੇਨ ਸ਼ਬਦ ਜਿਹੜਾ ਹੈ ਉਹਨੂੰ ਇਕੱਠਾ ਰੱਖ ਕੇ ਉਚਾਰਨ ਕਰਾਇਆ ਕਰਦੇ ਸਨ। ਤੇ ਅਰਥ ਵੀ ਇਹਦੇ ਇਸੇ ਤਰ੍ਹਾਂ ਹੀ ਸਪਸ਼ਟ ਹੁੰਦੇ ਹਨ। ਜਿਹਦੇ ਸਿਮਰਨ ਕਰਨੇ ਕਰਕੇ, ਜਿਹਨੂੰ ਯਾਦ ਕਰਨੇ ਕਰਕੇ। ਨਾ ਧਨੋਤ ਜਸ ਸਮਰਨੇਨ ਜਨਮ ਜਰਾਦ ਮਰਨ ਭਯੰ। ਭਯੰ ਭਯੰ ਨਹੀਂ, ਭਯੰ, ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ। ਫਿਰ ਇੱਛਸ ਜਮਾਦ ਪ੍ਰਾਭਯੰ ਜਸ ਸਵਸਤ ਸੁਕ੍ਰਿਤ ਕ੍ਰਿਤੰ। ਇੱਛਸ ਜਮਾਦ ਪ੍ਰਾਭਯੰ ਜਸ ਸਵਸਤ ਸੁਕ੍ਰਿਤ ਕ੍ਰਿਤੰ ਭਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ। ਇਸ ਤਰ੍ਹਾਂ ਉਚਾਰਨ ਇਹਨਾਂ ਅੱਖਰਾਂ ਦਾ ਕਰਨਾ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹੰ, ਪਰ ਗ੍ਰਹਿੰ ਨਹੀਂ ਕਰਨਾ, ਪਰ ਗ੍ਰਹੰ। ਪਰ ਗ੍ਰਹਿ ਸ਼ਬਦ ਹੈ ਜਿਹਦਾ ਅਰਥ ਘਰ ਹੈ, ਪਰਾਏ ਘਰਾਂ ਦੇ। ਪਰਾਈ ਦ੍ਰਿਸ਼ਟੀ ਔਰ ਪਰਾਏ ਘਰਾਂ ਦਾ ਤੱਕਣਾ। ਜਦ ਵਿਰਧ ਅਚਰਣੰ, ਜੋ ਇੱਥੇ ਵੀ ਦੱਦੇ ਨੂੰ ਸਿਆਰੀ ਜਿਹੜੀ ਹੈ ਥੋੜਾ ਜਿਹਾ ਉਹਨੂੰ ਛੋਹਣਾ ਹੈ ਔਰ ਅੱਗੇ ਯਈਆ ਦੇ ਆਪਣੇ ਆਪ ਹੀ ਉਹਦਾ ਉਚਾਰਨ ਹੋ ਜਾਏਗਾ। ਜਿਹੜਾ ਐੜੇ ਦਾ ਸਬੂਤਕ ਸੂਚਕ ਹੋਏਗਾ। ਅਭਿਧ ਸ਼ਬਦ ਪ੍ਰੋਫੈਸਰ ਸਾਹਿਬ ਜੀ ਨੇ ਵੀ ਲਿਖਿਆ ਹੋਇਆ ਹੈ ਕਿ ਜਿਹੜੀਆਂ ਵਿਧੀਆਂ ਤੋਂ ਉਲਟ, ਮਰਜ਼ਾਦਾ ਤੋਂ ਉਲਟ ਆਚਰਣ ਹਨ ਉਹ ਤਿਆਗਣੇ ਪੈਣਗੇ। ਲੋਭਾਦ ਦ੍ਰਿਸ਼ਟੀ, ਲੋਭ ਵਾਲੀ ਦ੍ਰਿਸ਼ਟੀ, ਪਰ ਪਰਾਏ ਘਰਾਂ ਦੇ ਉੱਤੇ ਜਿਹੜੀ ਮੰਦ ਦ੍ਰਿਸ਼ਟੀ ਹੈ, ਇਹ ਉਲਟੀਆਂ ਦਿਸ਼ੀਆਂ ਹਨ, ਮਰਜ਼ਾਦਾ ਤੋਂ ਉਲਟ ਦਿਸ਼ੀਆਂ ਆਚਰਣ ਹੈ। ਇਹਨਾਂ ਦਾ ਤਿਆਗ ਕਰਨਾ ਹੈ। ਤਜ ਸਕਲ ਦੁਖ ਪ੍ਰਿਤ ਦੁਰਮਤੀ ਭਜ ਚੱਕਰਧਰ ਸ਼ਰਣੰ। ਭਜ ਚੱਕਰਧਰ ਸ਼ਰਣੰ। ਸ਼ਰਣੰ ਸੱਸੇ ਪੈਰ ਬਿੰਦੀ ਨਾਲ ਸਾਰੀਆਂ ਥਾਵਾਂ ਦੇ ਉੱਤੇ ਬੋਲਿਆ ਜਾਣਾ ਚਾਹੀਦਾ ਹੈ। ਅਨੇਕਾਂ ਵਾਰ ਇਹ ਸ਼ਬਦ ਜਿਹੜਾ ਹੈ ਸ਼ਰਨ, ਸ਼ਰਣਾਈ, ਸ਼ਰਨਾਗਤਾ, ਸ਼ਰਨਾਇਓ, ਇਸ ਤਰ੍ਹਾਂ ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਇਆ ਹੈ। ਤੇ ਇਹਨੂੰ ਸੱਸੇ ਨੂੰ ਬਿੰਦੀ ਲਾ ਕਰਕੇ ਹੀ ਬੋਲਣਾ।
ਅੱਗੇ ਹੈਗਾ ਹਰ ਭਗਤ ਨਿਜ ਨੇ ਕੇਵਲਾ। ਨੇ ਕੇਵਲਾ ਇਹ ਸੰਸਕ੍ਰਿਤ ਦਾ ਸ਼ਬਦ ਹੈ। ਕੈਵल्य ਤੋਂ ਹੈ, ਪਵਿੱਤਰਤਾ ਤੋਂ ਹੈ ਕਿ ਉਹ ਪਰਮੇਸ਼ਰ ਜਿਹੜਾ ਹੈ ਨਿਸ਼ਚੈ ਕਰਕੇ ਪਵਿੱਤਰਤਾ ਵਾਲਾ ਹੈ। ਹਰ ਭਗਤ ਨਿਜ ਨੇ ਕੇਵਲਾ, ਜਿਹੜੇ ਪਰਮੇਸ਼ਰ ਦੇ ਆਪਣੇ ਭਗਤ ਹਨ ਉਹ ਸਦਾ ਹੀ ਹਿਰਦੇ ਕਰਕੇ ਔਰ ਕਰਮਾਂ ਕਰਕੇ ਬਚਨਾ ਕਰਕੇ ਸਦਾ ਹੀ ਉਹ ਸਦੀਵ ਸੰਪੂਰਨ ਰੂਪ ਦੇ ਵਿੱਚ ਨਿਰਮਲ ਰਹਿੰਦੇ ਹਨ। ਇਹਦਾ ਅਰਥ ਇਹ ਬਣਦਾ ਹੈ, ਭਗਤਾਂ ਦੀ ਗੱਲ ਕੀਤੀ ਹੋਈ ਹੈ ਪਰਮੇਸ਼ਰ ਦੇ ਪਿਆਰਿਆਂ ਦੀ। ਅੱਗੇ ਸ਼ਬਦ ਹੈ ਅਗਲੀ ਤੋਂ ਕਿਹਾ ਜੀ, ਜੋਗੇਨ ਕਿੰ ਜਗੇਨ ਕਿੰ। ਠੀਕ ਇਹਨੂੰ ਜਿਹੜੀ ਸਿਆਰੀ ਦੇ ਉੱਤੇ ਟੀਪੀ ਲੱਗੀ ਹੋਈ ਹੈ, ਇਹ ਟੀਪੀ ਦਾ ਗੱਗਾ ਨਹੀਂ ਬਣਨਾ ਚਾਹੀਦਾ, ਨਾ ਨੰਨਾ ਬਣਨਾ ਚਾਹੀਦਾ। ਇਹ ਗੰਗੇ ਦੀ ਤਾਂ ਗੰਗੇ ਦੀ ਤਰ੍ਹਾਂ ਉਚਾਰਨ ਹੋਏਗਾ। ਗੰਗਾ ਜੋਗੇਨ ਕਿੰ ਕਿੰਗ ਜਗੇਨ ਕਿੰ, ਜਗੇਨ ਨਹੀਂ ਜਗੇਨ, ਜਗ ਦੀ ਗੱਲ ਹੈ, ਇੱਥੇ ਅਧਿਕ ਲਾਣਾ ਪੈਣਾ ਜੱਜੇ ਦੇ ਉੱਤੇ। ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ। ਪਰਮੇਸ਼ਰ ਦੇ ਸਿਮਰਨ ਦੇ ਅੱਗੇ ਨਾ ਕੋਈ ਯੋਗ ਸਾਧਨਾ ਹੀ ਮਹੱਤਤਾ ਰੱਖਦੀ ਹੈ, ਨਾ ਹੀ ਜਗ ਕੀਤੇ ਹੋਏ ਮਹੱਤਤਾ ਰੱਖਦੇ ਨੇ, ਔਰ ਨਾ ਹੀ ਦਾਨ ਕੀਤੇ ਹੋਏ ਪ੍ਰਵਾਨ ਚੜ੍ਹ ਸਕਦੇ ਨੇ, ਨਾ ਹੀ ਤਪੱਸਿਆ ਕੀਤੀ ਹੋਈ ਪ੍ਰਵਾਨ ਚੜ੍ਹ ਸਕਦੀ ਹੈ। ਉਹਦਾ ਖੰਡਨ ਕੀਤਾ ਹੋਇਆ ਭਗਤ ਜੀ ਨੇ। ਉਸ ਤੋਂ ਅੱਗੇ ਇਸ ਤੁਕ ਦੇ ਵਿੱਚ ਇਹ ਖਿਆਲ ਰੱਖਣਾ ਕਿ ਜਿਹੜਾ ਜਗੇਨ ਹੈ ਨਾ, ਉਹਨੇ ਜਗੇਨ ਨਹੀਂ ਪੜ੍ਹਨਾ ਬਲਕਿ ਜਗੇਨ ਕਿੰਗ। ਜਗ ਵੀ ਕੁਛ ਨਹੀਂ ਹਨ ਔਰ ਤਪੱਸਿਆ ਵੀ ਕੁਛ ਨਹੀਂ ਹੈ। ਕਿੰਗ ਸ਼ਬਦ ਬੜੀ ਸੋਹਣੀ ਵਿਆਖਿਆ ਜਿਹੜੀ ਹੈ ਪ੍ਰੋਫੈਸਰ ਸਾਹਿਬ ਜੀ ਨੇ ਇਹਦੇ ਬਾਰੇ ਕੀਤੀ ਹੋਈ ਹੈ। ਅੱਗੇ ਹੈ ਜੀ ਗੋਬਿੰਦ 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 ਗੋਬਿੰਦੇਤ ਜਪ ਨਰ। ਇੱਥੇ ਨਰ ਦੇ ਉੱਤੇ ਵਿਸ਼ਰਾਮ ਹੋਣਾ ਚਾਹੀਦਾ ਹੈ, ਨਰ ਦੇ ਉੱਤੇ ਕਾਮਾ ਹੋਣਾ ਚਾਹੀਦਾ ਕਿ ਹੇ ਨਰ, ਉਹ ਜਿਹੜਾ ਪਰਮੇਸ਼ਰ ਸਦਾ ਹੀ ਸਰਵ ਵਿਆਪਕ ਹੈ ਪਰ ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ਹੈ, ਉਹਦਾ ਹੀ ਜਪ ਕਰ। ਤੇ ਸਕਲ ਸਿੱਧ ਪਦੰ, ਸਾਰੀਆਂ ਹੀ ਜਿਹੜੀਆਂ ਸਿੱਧੀਆਂ ਹਨ, ਸਾਰੀਆਂ ਹੀ ਜਿਹੜੀਆਂ ਸਫਲਤਾਵਾਂ ਹਨ, ਉਹਨਾਂ ਦੇ ਲਈ ਟਿਕਾਣਾ ਸਿਰ ਪਰਮੇਸ਼ਰ ਹੀ ਹੈ। ਇਸ ਕਰਕੇ ਉਹਦਾ ਹੀ ਜਪ ਕੀਤਾ ਜਾਵੇ। ਤਾਂ ਭਗਤ ਜੀ ਨੇ ਸ਼੍ਰੀ ਅਕਾਲ ਪੁਰਖ ਜੀ ਦਾ ਹੀ ਜਾਪ ਆਪ ਕੀਤਾ ਹੈ, ਸ਼੍ਰੀ ਅਕਾਲ ਪੁਰਖ ਜੀ ਦਾ ਹੀ ਧਿਆਨ ਆਪ ਕੀਤਾ ਹੈ। ਪਰ ਜੋ ਕੁਛ ਵੀ ਉਹਨਾਂ ਦੇ ਜੀਵਨ ਦੇ ਵਿੱਚ ਸਿੱਧੀ ਸਫਲਤਾ ਪ੍ਰਾਪਤ ਹੋਈ ਹੈ, ਉਹ ਵੀ ਉਹਨਾਂ ਨੂੰ ਪਰਮੇਸ਼ਰ ਦਾ ਧਿਆਨ ਕਰਨੇ ਕਰਕੇ ਹੋਈ ਹੈ। ਹੋਰ ਕਿਸੇ ਕਰਮ ਕਾਂਡ ਦੇ ਵਿੱਚ ਬਹਿ ਕਰਕੇ ਜਾਂ ਯੋਗ ਮਤ ਦੇ ਸਾਧਨਾ ਕਰਕੇ ਜਾਂ ਜਗ ਕਰਨੇ ਕਰਕੇ, ਦਾਨ ਕਰਕੇ, ਤਪੱਸਿਆ ਦੇ ਉੱਤੇ ਉਹ ਕੋਈ ਵਿਸ਼ਵਾਸ ਨਹੀਂ ਕਰਦੇ, ਉਹਦਾ ਖੰਡਨ ਕਰ ਰਹੇ। ਅਗਲੀ ਅਖੀਰਲੀ ਪੰਕਤੀ ਹੈ, ਜੈ ਦੇਵ ਆਇਓ ਤਸ ਸੁਫਟੰ। ਤੇ ਜਿਹੜਾ ਤਸ ਸ਼ਬਦ ਹੈ, ਇਹਦੇ ਤੱਤੇ ਦੇ ਉੱਤੇ ਅਧਿਕ ਲਾ ਕਰਕੇ ਬੋਲਣਾ ਇਹਨੂੰ। ਤਸ ਤਸ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੈ ਦੇਵ ਸ਼ਰਨ ਵਿੱਚ ਪ੍ਰਗਟ ਤੌਰ ਤੇ ਆਇਆ ਹੈ, ਜ਼ਾਹਰਾ ਤੌਰ ਤੇ ਆਇਆ। ਸੁਫਟੰ ਦਾ ਮਤਲਬ ਹੈ ਜ਼ਾਹਰਾ ਤੌਰ ਤੇ ਆਇਆ ਹੈ, ਪ੍ਰਤੱਖ ਤੌਰ ਤੇ ਆਇਆ ਹੈ। ਇਸ ਕਰਕੇ ਉਹ ਪਰਮੇਸ਼ਰ ਕਿਹੋ ਜਿਹਾ ਹੈ, ਭਵ ਭੂਤ ਸਰਵਗਤੰ, ਜਿਹੜਾ ਬੀਤੇ ਹੋਏ ਸਮੇਂ ਵਿੱਚ ਵੀ, ਭਾਵ ਦਾ ਮਤਲਬ ਹੈ ਵਰਤਮਾਨ ਸਮਾਂ, ਭਵ ਭੂਤ ਬੀਤੇ ਹੋਏ ਸਮਾਂ, ਭਵ ਭੂਤ ਸਰਵਗਤੰ, ਅਤੇ ਅਗਲੇ ਆਉਣ ਵਾਲੇ ਸਮੇਂ ਭਵਿੱਖਤ ਕਾਲ ਦੇ ਵਿੱਚ ਵੀ ਸਾਰੇ ਹੀ ਉਹ ਪਰਮੇਸ਼ਰ ਰੋਇਆ ਹੋਇਆ ਹੈ, ਸਰਵ ਵਿਆਪਕ ਹੈ, ਪਰ ਸਾਰੇ ਉਹਦੀ ਪਹੁੰਚ ਹੈ। ਇਹਦੇ ਅਰਥ ਹੋਣਗੇ। ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਬੇਨਤੀਆਂ ਮੈਂ ਉਚਾਰਨ ਕਰਕੇ ਦੱਸੀਆਂ ਨੇ, ਉਹਨਾਂ ਵੱਲ ਜਰਾ ਥੋੜਾ ਜਿਹਾ ਜ਼ੋਰ ਵੀ ਲਾਉਣਾ ਪੈਣਾ ਹੈ, ਥੋੜਾ ਜਿਹਾ ਧਿਆਨ ਵੀ ਦੇਣਾ ਪੈਣਾ ਹੈ, ਤੇ ਅਰਥ ਵੀ ਸਮਝਣੇ ਪੈਣਗੇ। ਇਹਦੇ ਹੋਰ ਅਰਥਾਂ ਦੀ ਜੇ ਲੋੜ ਸਮਝਣਗੇ, ਕਿਉਂਕਿ ਅਰਥ ਤਾਂ ਪਹਿਲਾਂ ਹੀ ਬਹੁਤ ਵਧੀਆ ਗੁਰਮੁਖ ਪਿਆਰਿਆਂ ਨੇ ਉਸ ਦਿਨ ਕੀਤੇ ਸਨ, ਪਰ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਵਾਧਾ ਘਾਟਾ ਹੈ, ਉਹ ਅਗਰ ਲੋੜ ਸਮਝੀ ਗਈ ਤਾਂ ਫਿਰ ਮੈਂ ਆਪ ਜੀ ਦੇ ਨਾਲ ਅਗਲੀ ਵਾਰੀ ਤੇ ਸਾਂਝਾ ਕਰਾਂਗਾ। ਪਰ ਕੁਝ ਕੁ ਮੇਰੇ ਕੋਲ ਸ਼ਬਦ ਮਾਸਟਰ ਅਵਤਾਰ ਸਿੰਘ ਉਹਨਾਂ ਨੇ ਭੇਜੇ ਹੋਏ ਨੇ, ਜਿਹੜੇ ਹਾਹੇ ਵਾਲੇ ਸ਼ਬਦ ਨੇ, ਮੈਂ ਉਹਨਾਂ ਦੇ ਬਾਰੇ ਵੀ ਅਗਲੀ ਵਾਰੀ ਸਰਬ ਗੁਰਮੁਖ ਪਿਆਰੇ ਗੁਰਸਿੱਖ ਖਾਲਸੇ ਦੇ ਨਾਲ ਜ਼ਰੂਰ ਵਿਚਾਰ ਕਰਕੇ ਉਹਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਹੋਰ ਗੁਰਮੁਖ ਪਿਆਰਿਆਂ ਕੋਲੋਂ ਵੀ ਉਹਨਾਂ ਦੀ ਸੇਧ ਜਿਹੜੀ ਹੈ, ਜਦੋਂ ਆਪ ਜੀ ਦੇ ਨਾਲ ਵਿਚਾਰ ਹੋਏਗੀ, ਉਹਦੀ ਆਸ ਰੱਖਾਂਗਾ। ਤੇ ਇਹ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ, ਨਜ਼ਰ ਵਿੱਚ ਲਿਆਣੀਆਂ।
ਤੇ ਭੁੱਲ ਚੁੱਕ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।